ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਿਕਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਫੇਸ ਟੂ ਫੇਸ ਵਿੱਚ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਦੋਸਤੋ, ਜਦੋਂ ਅਸੀਂ ਇਸ ਕੰਟਰੀ ਦੇ ਵਿੱਚ ਆਉਂਦੇ ਹਾਂ, ਭਾਵ ਅਮਰੀਕਾ ਦੇ ਵਿੱਚ ਆਉਂਦੇ ਹਾਂ, ਤਾਂ ਬਹੁਤ ਸਾਰੀਆਂ ਐਸੀਆਂ ਜ਼ਰੂਰਤਾਂ ਹੁੰਦੀਆਂ ਨੇ ਇਮੀਗ੍ਰੇਸ਼ਨ ਰਿਲੇਟਡ ਸੰਬੰਧੀ ਕਿ ਕਿਸ ਤਰੀਕੇ ਦੇ ਨਾਲ ਫਾਰਮ ਭਰਨੇ ਨੇ, ਕਿਵੇਂ ਸਾਰੀ ਬਣਤਰ ਹੁੰਦੀ ਹੈ। ਕਿਉਂਕਿ ਕਈ ਵਾਰ ਡਰ ਵੀ ਲੱਗਦਾ ਹੈ ਕਿ ਕੋਈ ਅਗਰ ਫਾਰਮ ਭਰਨ ਲੱਗਿਆ ਸਾਡੇ ਕੋਲ ਗਲਤੀ ਹੋ ਗਈ ਤਾਂ ਖਰਾਬ ਵੀ ਹੋ ਸਕਦਾ ਹੈ। ਕਾਫੀ ਕੁਝ ਹੋਰ ਵੀ ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ, ਜਿਵੇਂ ਕਿ OCI ਹੋ ਗਈ, ਪੈਨ ਕਾਰਡ ਹੋ ਗਿਆ, ਕਾਫੀ ਚੀਜ਼ਾਂ ਰਹਿੰਦੀਆਂ ਨੇ। ਪਾਸਪੋਰਟ ਕਿਵੇਂ ਰੀਨਿਊ ਕਰਾਉਣਾ ਹੈ, ਕੀ ਰਿਕੁਆਇਰਮੈਂਟਸ ਨੇ, ਔਰ ਅਕਸਰ ਇਹ ਹੁੰਦਾ ਹੈ ਕਿ ਸਾਨੂੰ ਸਹੀ ਜਾਣਕਾਰੀ, ਸਹੀ ਗਾਈਡੈਂਸ ਨਹੀਂ ਪਤਾ ਹੁੰਦੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ। ਔਰ ਅਗਰ ਅਸੀਂ ਇੱਧਰ ਉੱਧਰ ਵੀ ਪੁੱਛਦੇ ਹਾਂ ਤਾਂ ਵੀ ਸਾਨੂੰ ਸਹੀ ਨੌਲੇਜ ਜੋ ਹੈ ਇਸ ਸੰਬੰਧੀ ਨਹੀਂ ਮਿਲਿਆ ਕਰਦੀ। ਔਰ ਅੱਜ ਤੁਹਾਡੇ ਲਈ ਅਸੀਂ ਇਹ ਸ਼ੋਅ ਲੈ ਕੇ ਆਏ ਹਾਂ ਜੋ ਕਿ ਤੁਹਾਡੀਆਂ ਇਹਨਾਂ ਸਾਰੀਆਂ ਲੋੜਾਂ ਨੂੰ ਪੂਰੀਆਂ ਕਰੇਗਾ। ਕਿਵੇਂ ਤੁਸੀਂ ਸਾਰਾ ਕੰਮ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਹੋ। ਔਰ ਜੋ ਅੱਜ ਸਾਡੇ ਗੈਸਟ ਨੇ ਉਹ ਤੁਹਾਡੇ ਲਈ ਬਹੁਤ ਇੱਕ ਆਸਾਨ ਕਰ ਦਿੰਦੇ ਨੇ। ਤੁਸੀਂ ਉਹਨਾਂ ਦੇ ਆਫਿਸ ਜਾ ਕੇ ਵੀ ਗੱਲ ਕਰ ਸਕਦੇ ਹੋ, ਫੋਨ 'ਤੇ ਵੀ ਕੰਸਲਟ ਕਰ ਸਕਦੇ ਹੋ। ਔਰ ਇਹ ਸਾਰੀਆਂ ਜੋ ਸੇਵਾਵਾਂ ਨੇ ਉਹ ਪ੍ਰੋਵਾਈਡ ਕਰਾਉਂਦੇ ਨੇ ਇੱਕੋ ਛੱਤ ਥੱਲੇ। ਜੀ ਹਾਂ, ਕੰਪਨੀ ਨਾਮ ਹੈ R&R ਸਰਵਿਸਿਸ, ਜੋ ਕਿ ਨਿਊਯਾਰਕ ਸਾਊਥ ਰਿਚਮੰਡ ਹਿੱਲ ਵਿਖੇ ਇਹ ਆਪਣੀਆਂ ਸੇਵਾਵਾਂ ਦਿੰਦੇ ਨੇ। ਅੱਜ R&R ਸਰਵਿਸ ਤੋਂ ਸਾਡੇ ਨਾਲ ਜੋ ਗੈਸਟ ਨੇ ਅਮਨਪ੍ਰੀਤ ਕੌਰ ਰੰਧਾਵਾ ਜੀ, ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਇਹਨਾਂ ਦਾ ਸਵਾਗਤ ਵੀ ਕਰਦੇ ਹਾਂ। ਜੀ ਅਮਨ ਜੀ, ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਵਿਕਰਮ ਜੀ, ਥੈਂਕ ਯੂ ਤੁਹਾਡਾ R&R ਸਰਵਿਸਿਜ਼ ਨੂੰ ਇਨਵਾਈਟ ਕਰਨ ਦੇ ਲਈ। ਜੀ ਐਕਚੁਅਲੀ ਅਮਨ ਜੀ ਦੇਖੋ, ਗੱਲ ਇਸ ਤਰ੍ਹਾਂ ਹੁੰਦੀ ਕਿ ਵਾਕਈ ਹੀ ਬਹੁਤ ਇੱਕ ਲੋੜ ਰਹਿੰਦੀ, ਔਰ ਖਾਸ ਕਰ ਕਾਫੀ ਜਗ੍ਹਾ ਤੇ ਇੱਕ ਆਪਣਾ ਲੈਂਗੁਏਜ ਬੈਰੀਅਰ ਵੀ ਹੋ ਜਾਂਦਾ ਹੈ। ਹਾਂਜੀ, ਕਾਫੀ ਸਾਡੇ ਲੋਕ ਕਈ ਵਾਰ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾਉਂਦੇ, ਕਿਉਂਕਿ ਅਗਰ ਆਪਣੀ ਜ਼ੁਬਾਨ ਦਾ ਬੰਦਾ ਮਿਲ ਜਾਵੇ, ਆਪਣੀ ਭਾਸ਼ਾ ਬੋਲਣ ਵਾਲਾ ਮਿਲ ਜਾਵੇ, ਤੇ ਉਹ ਲੱਗਦਾ ਕਿ ਆਪਣੇ ਘਰ ਦਾ ਬੰਦਾ ਹੀ ਮਿਲ ਗਿਆ, ਹਾਂਜੀ। ਤੇ ਉਹ ਕੰਮ ਬਹੁਤ ਇੱਕ ਆਸਾਨ ਹੋ ਜਾਂਦਾ ਹੈ। ਔਰ ਤੁਸੀਂ ਇਹ ਸਾਰੀਆਂ ਸੇਵਾਵਾਂ ਦਿੰਦੇ ਹੋ। ਪਹਿਲੇ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਬਹੁਤ ਇੱਕ ਯੂਨੀਕ ਜੀ ਫੀਲਡ ਹੈ ਇਹ ਜੋ ਤੁਸੀਂ ਸਾਰਾ ਕੁਝ ਕਰਵਾਉਂਦੇ ਹੋ। ਇਹ ਕਰਾਉਣ ਦੇ ਲਈ ਜਾਂ ਇਹ ਖੋਲ੍ਹਣ ਲਈ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਸ ਤਰ੍ਹਾਂ ਆਇਆ? ਵਿਕਰਮ ਜੀ, ਮੈਨੂੰ ਕੁਝ ਇੱਕ ਸਾਲ ਹੀ ਹੋਏ ਹਜੇ ਇਸ ਕੰਟਰੀ ਦੇ ਵਿੱਚ ਆਏ ਨੂੰ, ਆਲਮੋਸਟ 6 ਸਾਲ ਹੀ ਹੋਏ ਹੈ। ਅਤੇ ਮੈਂ ਜਦ ਇਸ ਕੰਟਰੀ ਦੇ ਵਿੱਚ ਆਈ ਹਾਂ ਅਤੇ ਮੈਂ ਦੇਖਿਆ ਵੀ ਇੱਕ ਸਿੰਪਲ ਜਿਹੀਆਂ ਚੀਜ਼ਾਂ ਦੇ ਲਈ, ਫਾਰਮ ਭਰਨ ਦੇ ਲਈ, ਕਿਉਂਕਿ ਇੱਥੇ ਕੁਛ ਇੱਦਾਂ ਦਾ ਸਿਸਟਮ ਤਾਂ ਹੈ ਨਹੀਂਗਾ ਵੀ ਤੁਹਾਨੂੰ ਪੰਜਾਬੀ ਸਰਵਿਸਿਜ਼ ਵੱਖਰੀਆਂ ਮਿਲ ਜਾਣਗੀਆਂ ਅਤੇ ਇੰਗਲਿਸ਼ ਸਰਵਿਸਿਜ਼ ਤੁਹਾਨੂੰ ਵੱਖਰੀਆਂ ਮਿਲਣਗੀਆਂ। ਤੁਹਾਨੂੰ ਬੰਦਾ ਲੱਭਣਾ ਪੈਂਦਾ ਆ ਵੀ ਕਿਹੜਾ ਤੁਹਾਡਾ ਇੱਕ ਫਾਰਮ ਭਰ ਦੇਗਾ। ਮੈਂ ਆਪਣੀ ਫੈਮਿਲੀ ਦੇ ਵਿੱਚ ਕੁਛ ਚੀਜ਼ਾਂ ਦੇਖੀਆਂ ਜਿਨ੍ਹਾਂ ਨੂੰ ਬਹੁਤ ਲੋੜ ਪਈ ਹੈਲਪ ਦੀ ਜੀ, ਤੇ ਤਾਂ ਕਰਕੇ ਫਿਰ ਮੈਂ ਸੋਚਿਆ, ਕਿਉਂਕਿ ਮੇਰੀ ਫੀਲਡ ਵੀ ਸੀਗੀ, ਮੈਂ ਪਾਸਪੋਰਟ ਆਫਿਸ ਦੇ ਵਿੱਚ ਇੰਡੀਆ 'ਚ ਹੁਸ਼ਿਆਰਪੁਰ ਆਫਿਸ ਦੇ ਵਿੱਚ ਕੰਮ ਵੀ ਕੀਤਾ ਅਤੇ ਮੈਨੂੰ ਐਕਸਪੀਰੀਅੰਸ ਵੀ ਸੀਗਾ, ਅਤੇ ਇਸ ਕਰਕੇ ਮੈਂ ਇਹ ਲਾਈਨ ਚੂਜ਼ ਕੀਤੀ ਤਾਂ ਕਿ ਮੈਂ ਜਿਹੜੇ ਹੋਰ ਲੋਕ ਹੈਗੇ ਆ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ, ਜਿਹੜੇ ਔਨਲਾਈਨ ਇੰਟਰਨੈਟ ਨਹੀਂ ਜਾਣਦੇ ਹੈਗੇ, ਫੋਨ ਯੂਜ਼ ਕਰ ਲੈਂਦੇ ਪਰ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਸਬਮਿਸ਼ਨਸ ਕਿੱਦਾਂ ਕਰਨੀਆਂ ਨੇ, ਕਿੱਥੋਂ ਕੀ ਲੱਭਣਾ ਹੈ, ਕੀ ਕਰਨਾ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਡਿਸਾਈਡ ਕੀਤਾ ਕਿ I have to start my own business career in this field। ਔਰ ਬਹੁਤ ਸੁੰਦਰ ਉਪਰਾਲਾ ਜੋ ਤੁਸੀਂ ਕੀਤਾ। ਵਾਕਈ ਇਹਨਾਂ ਚੀਜ਼ਾਂ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ, ਕਿਉਂਕਿ ਕਾਫੀ ਸਾਡੇ ਲੋਕ ਅੱਜ ਕੱਲ੍ਹ ਅਸੀਂ ਦੇਖਿਆ ਕਾਫੀ ਗਿਣਤੀ ਵੀ ਸਾਡੀ ਵੱਧਦੀ ਜਾ ਰਹੀ ਹੈ ਪੰਜਾਬੀਆਂ ਦੀ, ਖਾਸ ਕਰਕੇ ਇਸ ਕੰਟਰੀ ਦੇ ਵਿੱਚ। ਔਰ ਉੱਥੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਦੀ ਲੋੜ ਵੀ ਰਹਿੰਦੀ ਹੈ। ਸਟਾਰਟਿੰਗ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਇੱਕ ਪਾਸਪੋਰਟ ਸਭ ਤੋਂ ਮੇਨ ਚੀਜ਼ ਹੁੰਦੀ ਹੈ, ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸਾਡੇ ਪਾਸਪੋਰਟ ਦੇ ਨਾਲ ਜੁੜਿਆ ਹੁੰਦਾ ਹੈ। ਹਾਂਜੀ। ਤੇ ਪਾਸਪੋਰਟ ਦੇ ਲਈ ਅਗਰ ਕਿਸੇ ਨੇ ਰੀਨਿਊ ਕਰਾਉਣਾ ਹੋਵੇ ਤੇ ਕਿਸ ਤਰੀਕੇ ਦੇ ਨਾਲ ਉਹਨੂੰ ਕਰਨਾ ਪੈਂਦਾ ਹੈ? ਓਕੇ, ਦੇਖੋ ਇਸ ਕੰਟਰੀ ਦੇ ਵਿੱਚ ਸਾਡੇ ਕੋਲ ਹੈਲਪ ਹੈਗੀ ਹੈ ਇੰਡੀਅਨ ਕੌਂਸੂਲੇਟ ਜਨਰਲ, ਵੀ ਜਿਹੜੇ ਇੱਕ ਇੰਡੀਅਨ ਗੌਰਮੈਂਟ ਦਾ ਉਪਰਾਲਾ ਆ, ਉਹਨਾਂ ਨੂੰ ਇੱਥੇ ਖੜੇ ਕੀਤਾ ਹੋਇਆ ਆ, ਮੌਜੂਦ ਆ ਉਹ ਸਾਡੇ ਲਈ। ਪਰ ਉਹਨਾਂ ਦੇ ਕੋਲੋਂ ਇੱਕ ਦੂਸਰੀ ਕੰਟਰੀ ਦੇ ਵਿੱਚ ਆ ਕੇ ਪਾਸਪੋਰਟ ਰੀਨਿਊ ਕਰਵਾਉਣ ਦੇ ਵਿੱਚ ਉਹਨਾਂ ਦੀਆਂ ਕੁਛ ਇੱਕ ਰਿਕੁਆਇਰਮੈਂਟਸ ਹੁੰਦੀਆਂ ਵੀ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਲੀਗਲ ਹੋਣੇ ਚਾਹੀਦੇ ਆ। ਤੁਹਾਡੇ ਕੋਲ ਕੋਈ ਵੀ ਲੀਗਲ ਪੇਪਰ ਵਰਕ ਹੈਗਾ, ਤੁਹਾਡੇ ਕੋਲ ਵਰਕ ਪਰਮਿਟ ਹੈ, ਤੁਸੀਂ ਕੋਈ ਕੇਸ ਅਪਲਾਈ ਕੀਤਾ ਹੋਇਆ, ਤੁਹਾਡੇ ਕੋਲ ਉਹਦੀ ਅਪਰੂਵਲ ਦੇ ਰਿਸੀਵਿੰਗ ਦੇ ਲੈਟਰਸ ਹੈਗੇ ਆ, ਅਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗੀ, ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੇ ਆ ਜੀ। ਔਰ ਅਗਰ ਕਿਸੇ ਬੰਦੇ ਕੋਲ, ਜਿਸ ਤਰ੍ਹਾਂ ਤੁਸੀਂ ਕਿਹਾ, ਕੁਛ ਨਾ ਕੁਛ ਜ਼ਰੂਰ ਹੋਣਾ ਚਾਹੀਦਾ, ਵਰਕ ਪਰਮਿਟ ਹੋਵੇ, ਗ੍ਰੀਨ ਕਾਰਡ ਹੋਵੇ, ਜਾਂ ਉਹਦਾ ਕੇਸ ਜੋ ਹੈ ਅੰਡਰ ਪ੍ਰੋਸੈਸ ਹੋਵੇ। ਔਰ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਵੀ ਇੱਥੇ ਹਲੇ ਸਟੇਟਸ ਨਹੀਂ ਹੁੰਦਾ ਇਮੀਗ੍ਰੇਸ਼ਨ ਰਿਲੇਟਡ, ਕਿ ਉਹ ਵੀ ਬੰਦੇ ਪਾਸਪੋਰਟ ਲੈ ਸਕਦੇ ਨੇ? ਉਹਨਾਂ ਦਾ ਸਟੇਟਸ, ਜੇ ਤਾਂ ਉਹ ਵਿਜ਼ਿਟਰ ਦੇ ਤੌਰ ਦੇ ਉੱਤੇ ਆਏ ਨੇ ਅਤੇ ਉਹਨਾਂ ਦੇ ਕੋਲ ਆਪਣੀ 6 ਮਹੀਨੇ ਵਾਲੀ ਐਂਟਰੀ ਹਜੇ ਤੱਕ ਲੀਗਲ ਹੈਗੀ ਹੈ,
ਤੇ ਫਿਰ ਉਹਨਾਂ ਨੂੰ ਸ਼ਾਰਟ ਵੈਲਿਡਿਟੀ ਪਾਸਪੋਰਟ ਕੌਂਸੂਲੇਟ ਪ੍ਰੋਵਾਈਡ ਕਰ ਦਿੰਦੇ ਆ। ਪਰ ਤੁਹਾਡੇ ਕੋਲ ਪਾਸਪੋਰਟ ਲੈਣ ਦੇ ਲਈ ਤੁਹਾਨੂੰ ਆਪਣਾ ਕੁਝ ਵੀ ਲੀਗਲ ਸਟੇਟਸ ਆਪਣਾ ਸ਼ੋਅ ਕਰਨਾ ਪੈਂਦਾ ਆ। ਤੁਸੀਂ ਕੋਈ ਵੀ ਕੇਸ ਅਪਲਾਈ ਕੀਤਾ ਆ, ਤੁਸੀਂ ਉਹਦਾ ਲੈਟਰ ਦਿਖਾ ਦਿਓ, ਤੁਸੀਂ ਉਹਦਾ ਪੇਪਰ ਦਿਖਾ ਦਿਓ, ਕੋਈ ਤੁਹਾਡਾ ਯੂ ਵੀਜ਼ਾ ਆ ਜਾਂ ਕੋਈ ਵੀ ਤੁਹਾਡੇ ਕਿਸੇ ਵਾਹਵਾ ਵਾਲੇ ਕੇਸ ਦਾ ਜਾਂ ਮੈਰਿਜ ਵਾਲੇ ਕੇਸ ਦਾ ਤੁਹਾਡੇ ਕੋਲ ਕੋਈ ਅਪਰੂਵਲ ਲੈਟਰ ਹੈਗਾ ਆ, ਤੇ ਉਹ ਤੁਸੀਂ ਲੈਟਰ ਨਾਲ ਪ੍ਰੋਵਾਈਡ ਕਰਕੇ ਤੇ ਤੁਸੀਂ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੇ ਆ। ਜੀ, ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਪਾਸਪੋਰਟ ਰੀਨਿਊ ਹੋ ਸਕਦਾ, ਸਾਡੇ ਕਾਫੀ ਲੋਕ ਨੇ ਜਿਨ੍ਹਾਂ ਨੇ ਅਸੈਲਮ ਲਈ ਹੁੰਦੀ ਹੈ ਇੱਥੇ। ਹਾਂਜੀ। ਔਰ ਜਦੋਂ ਅਸੈਲਮ ਦਾ ਨਾਂ ਹੀ ਆਉਂਦਾ, ਲੋਕ ਇੱਕ ਡਰਨ ਲੱਗ ਜਾਂਦੇ ਆ ਕਿ ਕੌਂਸੂਲੇਟ ਜਾ ਕੇ ਕਿਸ ਤਰ੍ਹਾਂ ਅਸੀਂ ਗੱਲ ਕਰੀਏ, ਅਗਰ ਪਤਾ ਲੱਗ ਗਿਆ ਸਾਡੇ ਨਾਲ, ਕਿਉਂਕਿ ਮਨ ਦੇ ਵਿੱਚ 100 ਤਰ੍ਹਾਂ ਦੇ ਇੱਕ ਡਰ ਹੁੰਦੇ ਆ। ਹਾਂਜੀ, ਤੇ ਬਿਲਕੁਲ। ਅਸੈਲਮ ਵਾਲੇ ਬੰਦਿਆਂ ਦੇ ਕੋਲ ਜਿਨ੍ਹਾਂ ਦਾ ਕੇਸ ਅਪਰੂਵ ਹੋਇਆ, ਕਿ ਉਹਨਾਂ ਨੂੰ ਵੀ ਪਾਸਪੋਰਟ ਰੀਨਿਊ ਮਿਲ ਜਾਂਦਾ ਹੈ? ਹਾਂਜੀ, ਬਿਲਕੁਲ ਜੀ। ਜਿਨ੍ਹਾਂ ਦੇ ਅਸਾਈਲਮ ਵਾਲੇ ਕੇਸਿਸ ਅਪਰੂਵ ਹੋਏ ਨੇ, ਉਹ ਵੀ ਲੀਗਲ ਵੇ ਦੇ ਨਾਲ ਇੰਡੀਅਨ ਕੌਂਸੂਲੇਟ ਜਨਰਲ ਤੋਂ ਆਪਣਾ ਪਾਸਪੋਰਟ ਰੀਨਿਊ ਕਰਵਾ ਸਕਦੇ ਨੇ। ਉਹਨਾਂ ਦੇ ਕੋਲ ਉਹਨਾਂ ਦਾ ਵੈਲਿਡ ਸਟੇਟਸ ਮੀਨਸ ਉਹਨਾਂ ਦਾ ਵਰਕ ਪਰਮਿਟ ਜਾਂ ਉਹਨਾਂ ਦਾ ਗ੍ਰੀਨ ਕਾਰਡ, ਕੋਈ ਵੀ ਚੀਜ਼ ਉਹ ਪ੍ਰੋਵਾਈਡ ਕਰ ਦੇਣ ਤੇ ਉਹ ਲੀਗਲ ਵੇ ਦੇ ਨਾਲ ਆਪਣਾ ਪਾਸਪੋਰਟ ਲੈ ਸਕਦੇ ਨੇ। ਜੀ, ਇਹ ਤਾਂ ਰਹੀ ਗੱਲ ਉਹਨਾਂ ਦੀ ਜਿਨ੍ਹਾਂ ਦੇ ਕੋਲ ਕੋਈ ਸਟੇਟਸ ਨਹੀਂ ਹੈ ਜਾਂ ਜਿਨ੍ਹਾਂ ਦੇ ਕੋਲ ਸਟੇਟਸ ਹੈ। ਔਰ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਪਾਸਪੋਰਟ ਕਾਫੀ ਸਾਲ ਹੋ ਗਏ, ਐਕਸਪਾਇਰ ਹੋ ਚੁੱਕਾ ਹੈ, ਹਾਂਜੀ। ਔਰ ਉਹ ਬੰਦਿਆਂ ਦਾ ਵਿਚਾਰ ਬਣਿਆ ਕਿ ਅਸੀਂ ਹੁਣ ਇੱਥੇ ਕਾਫੀ ਰਹਿ ਲਿਆ, ਅਸੀਂ ਕੰਟਰੀ ਛੱਡ ਕੇ ਜਾਣਾ ਹੈ। ਉਹਨਾਂ ਦੇ ਲਈ ਕਿਸ ਤਰੀਕੇ ਦਾ ਕੋਈ ਹੱਲ ਹੈ ਇਸ ਚੀਜ਼ ਦਾ? ਹਾਂਜੀ, ਉਹਨਾਂ ਦੇ ਲਈ ਵੀ ਇੰਡੀਅਨ ਕੌਂਸੂਲੇਟ ਜਨਰਲ ਵੱਲੋਂ ਆਪਸ਼ਨ ਹੈਗੀ ਹੈ। ਉਹ ਉਹਨਾਂ ਨੂੰ ਐਮਰਜੈਂਸੀ ਟਰੈਵਲ ਪਾਸਪੋਰਟ ਮਿਲ ਜਾਂਦਾ ਹੈਗਾ ਆ, ਜਿਹਦੀ 3 ਮਹੀਨੇ ਦੀ ਵੈਲਿਡਿਟੀ ਹੁੰਦੀ ਹੈ। ਤੁਸੀਂ ਆਪਣਾ ਪੁਰਾਣਾ ਪਾਸਪੋਰਟ, ਉਹਦੀਆਂ ਡਿਟੇਲਸ ਜਾਂ ਉਹਦੀ ਫੋਟੋਕਾਪੀ ਸ਼ੇਅਰ ਕਰ ਸਕਦੇ ਆ ਤੇ ਉਹਦੇ ਅਕੋਰਡਿੰਗਲੀ ਤੁਹਾਡੀ ਅੱਗੇ ਫਾਈਲ ਪ੍ਰੋਸੈਸ ਹੋ ਕੇ ਤੇ ਤੁਹਾਨੂੰ 3 ਮੰਥ ਦੀ ਵੈਲਿਡਿਟੀ ਦਾ ਪਾਸਪੋਰਟ ਮਿਲ ਜਾਂਦਾ ਹੈ, ਤਾਂ ਕਿ ਤੁਸੀਂ ਉਹਦੇ ਤੇ ਟਰੈਵਲ ਕਰਕੇ ਤੁਸੀਂ ਇੰਡੀਆ ਵਾਪਸ ਜਾ ਸਕਦੇ ਆ। ਹਰ ਚੀਜ਼ ਦਾ ਸੋਲੂਸ਼ਨ ਹੈ, ਹਰ ਚੀਜ਼ ਦਾ ਹੱਲ ਹੈ ਜਿਹਨੂੰ ਕਹਿੰਦੇ ਹਾਂਜੀ। ਹੋ ਸਕਦਾ ਹੈ। ਔਰ ਬਜਾਏ ਇਸ ਦੇ ਕਿ ਅਸੀਂ ਕਈ ਵਾਰ ਆਪ ਹੀ ਇੱਧਰ ਉੱਧਰ ਹੱਥ ਪੈਰ ਮਾਰਦੇ ਰਹਿੰਦੇ ਆ, ਸਹੀ ਸਲਾਹ ਨਹੀਂ ਮਿਲਦੀ ਸਾਨੂੰ। ਤੇ ਹਾਂਜੀ। ਬਹੁਤ ਇੱਕ ਸੁੰਦਰ ਤੁਸੀਂ ਉਪਰਾਲਾ ਲੈ ਕੇ ਆਏ ਹੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੱਸ ਦਿਓ ਕਿ ਹਰ ਚੀਜ਼ ਦਾ ਸੋਲੂਸ਼ਨ ਹੈ, ਹਾਂਜੀ, ਲੇਕਿਨ ਅੰਡਰ ਇੱਕ ਪ੍ਰੋਸੈਸ ਹੋ ਕੇ ਚੱਲਣਾ ਪਏਗਾ, ਬਿਲਕੁਲ ਇੱਕ ਜੀ। ਜੋ ਪ੍ਰੋਟੋਕੋਲ ਹੈ ਹਾਂਜੀ। ਉਹਦੇ ਨਾਲ ਹੋ ਕੇ ਚੱਲਣਾ ਪੈਂਦਾ ਹੈ। ਜੀ ਅਮਨ ਜੀ, ਇਸ ਤੋਂ ਬਾਅਦ ਜੋ ਨੈਕਸਟ ਸਟੈਪ ਆਉਂਦਾ ਹੈ ਪਾਸਪੋਰਟ ਤੋਂ ਬਾਅਦ, ਉਹ ਹੁੰਦਾ ਹੈ OCI। ਜਦੋਂ ਅਸੀਂ ਸਿਟੀਜ਼ਨ ਲੈ ਲੈਂਦੇ ਹਾਂ ਤੇ OCI ਦੇ ਲਈ, OCI ਤੋਂ ਭਾਵ ਕੀ ਹੁੰਦਾ ਹੈ? OCI ਦਾ ਮਤਲਬ ਇਹ ਹੈ ਕਿ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਕਿ ਪਹਿਲਾਂ ਤੁਸੀਂ ਸਿਰਫ ਇੰਡੀਆ ਦੇ ਸਿਟੀਜ਼ਨ ਸੀਗੇ, ਹੁਣ ਤੁਸੀਂ ਇੱਕ ਬਾਹਰਲੇ ਦੂਜੇ ਦੇਸ਼ 'ਚ ਚਲੇ ਗਏ ਹੋ ਤੇ ਤੁਸੀਂ ਹੁਣ ਉੱਥੇ ਦੀ ਸਿਟੀਜ਼ਨਸ਼ਿਪ ਵੀ ਲੈ ਲਈ ਹੈ। ਪਰ ਹੁਣ ਤੁਸੀਂ ਇੱਕ ਵਾਰ ਫੇਰ ਤੋਂ ਦੁਬਾਰਾ ਆਪਣੇ ਇੰਡੀਆ ਦੀ ਸਿਟੀਜ਼ਨਸ਼ਿਪ ਵੀ ਲੈਣਾ ਚਾਹੁੰਦੇ ਹੋ, ਜਿਹਨੂੰ ਕੁਝ ਲੋਕ ਡੁਅਲ ਸਿਟੀਜ਼ਨਸ਼ਿਪ ਦੇ ਨਾਮ ਨਾਲ ਵੀ ਜਾਣਦੇ ਨੇ। ਜੀ। ਸੋ ਇਹ ਹੈ OCI, ਕਿ ਫਿਰ ਤੁਸੀਂ USA ਦੇ ਸਿਟੀਜ਼ਨ ਵੀ ਰਹਿੰਦੇ ਹੋ ਤੇ ਫਿਰ ਤੁਸੀਂ ਇੰਡੀਆ ਦੇ ਵੀ ਸਿਟੀਜ਼ਨ ਬਣ ਜਾਂਦੇ ਹੋ ਦੁਬਾਰਾ ਤੋਂ। ਦੋਹਾਂ ਦੇਸ਼ਾਂ ਦੇ ਅਸੀਂ ਸਿਟੀਜ਼ਨ ਬਣ ਸਕਦੇ ਹਾਂ, ਹਾਂਜੀ। OCI ਇਸ ਦਾ ਭਾਵ ਹੈ। ਔਰ ਅਗਰ OCI ਦੇ ਬੈਨੀਫਿਟਸ ਦੀ ਅਸੀਂ ਗੱਲ ਕਰੀਏ, ਇਹਦੇ ਵਿੱਚ ਕੀ ਕੀ ਬੈਨੀਫਿਟਸ ਨੇ, ਕਦ ਲਈ ਇਹ ਲੈਣੀ ਚਾਹੀਦੀ ਹੈ? ਪਹਿਲਾ ਬੈਨੀਫਿਟ ਇਹਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ USA ਦੀ ਸਿਟੀਜ਼ਨਸ਼ਿਪ ਲੈ ਲਈ ਹੈ ਤੇ ਹੁਣ ਤੁਸੀਂ ਵਾਪਸ ਆਪਣੀ ਕੰਟਰੀ ਨੂੰ ਟਰੈਵਲ ਕਰਨਾ ਚਾਹੁੰਦੇ ਹੋ, ਪਰ ਤੁਸੀਂ ਕਿੱਦਾਂ ਟਰੈਵਲ ਕਰ ਸਕਦੇ ਹੋ? ਜਾਂ ਤਾਂ ਤੁਸੀਂ ਵੀਜ਼ਾ ਲੈ ਕੇ ਟਰੈਵਲ ਕਰ ਸਕਦੇ ਹੋ, ਪਰ ਵੀਜ਼ੇ ਦੇ ਉੱਤੇ ਤੁਸੀਂ 6 ਮੰਥ ਤੋਂ ਜ਼ਿਆਦਾ ਤੁਸੀਂ ਉੱਥੇ ਸਟੇ ਨਹੀਂ ਕਰ ਸਕਦੇ। ਤੁਸੀਂ OCI ਜੇ ਲੈਂਦੇ ਹੋ ਤਾਂ ਤੁਸੀਂ ਉਹਦੇ ਤੇ ਅਨਲਿਮਿਟਿਡ ਟਾਈਮ ਦੇ ਲਈ ਤੁਸੀਂ ਇੰਡੀਆ ਦੇ ਵਿੱਚ ਰਹਿ ਸਕਦੇ ਆ, ਤੁਸੀਂ ਪ੍ਰਾਪਰਟੀ ਬਾਈ ਕਰ ਸਕਦੇ ਆ, ਪਰ ਤੁਹਾਨੂੰ ਐਗਰੀਕਲਚਰ ਲੈਂਡ ਬਾਈ ਕਰਨ ਦੀ ਆਪਸ਼ਨ ਨਹੀਂ ਹੁੰਦੀ ਉਹਦੇ ਵਿੱਚ। ਤੁਸੀਂ ਹੋਰ ਸਰਵਿਸਿਜ਼ ਕਰ ਸਕਦੇ ਆ। ਇੱਕ ਤੁਸੀਂ ਉੱਤੇ ਵੋਟ ਪਾਉਣ ਦਾ ਰਾਈਟ ਨਹੀਂ ਤੁਹਾਨੂੰ ਮਿਲਦਾ ਹੈਗਾ, ਪਰ ਚਾਹੇ ਅਸੀਂ ਦੋਨਾਂ ਕੰਟਰੀ ਸਿਟੀਜ਼ਨ ਰੱਖੀਏ ਫਿਰ ਵੀ ਹਾਂਜੀ। ਇੰਡੀਆ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ। ਨਹੀਂ ਜੀ, ਕਿਉਂਕਿ ਵੋਟ ਪਾਉਣ ਦਾ ਅਧਿਕਾਰ ਤੁਹਾਨੂੰ ਫਿਰ ਇੱਥੇ ਮਿਲ ਜਾਂਦਾ ਹੈ ਨਾ USA ਦੇ ਵਿੱਚ, ਇਸ ਲਈ। ਜੀ। ਔਰ ਅਮਨ ਜੀ, ਵੇਲਾ ਹੋ ਚੱਲਿਆ ਹੈ ਇੱਕ ਬ੍ਰੇਕ ਦਾ। ਔਰ ਦੋਸਤੋ, ਬ੍ਰੇਕ ਤੋਂ ਬਾਅਦ ਜਾਣਾਂਗੇ ਹੋਰ ਕੀ ਕੀ ਇੱਕ ਰਿਕੁਆਇਰਮੈਂਟਸ ਰਹਿੰਦੀਆਂ ਨੇ, ਫਾਰਮੈਲਿਟੀਜ਼ ਰਹਿੰਦੀਆਂ ਨੇ OCI ਲੈਣ ਦੇ ਲਈ, ਕਿੰਨਾ ਟਾਈਮ ਲੱਗਦਾ ਹੈ, ਇਹ ਸਾਰਾ ਕੁਝ ਜਾਣਾਂਗੇ ਅਮਨਪ੍ਰੀਤ ਕੌਰ ਰੰਧਾਵਾ ਜੀ ਪਾਸੋਂ, ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਫੇਸ ਟੂ ਫੇਸ ਦੇ ਵਿੱਚ। ਦੋਸਤੋ, ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ OCI ਸੰਬੰਧੀ, ਪਾਸਪੋਰਟ ਸੰਬੰਧੀ, ਵੀਜ਼ੇ ਸੰਬੰਧੀ ਜੋ ਵੀ ਜਾਣਕਾਰੀ ਹੁੰਦੀ ਹੈ, ਉਹ ਸਾਰੀ ਜਾਣਕਾਰੀ ਅੱਜ ਤੁਹਾਡੇ ਤੱਕ ਅਸੀਂ ਮੁਹੱਈਆ ਕਰਾ ਰਹੇ ਹਾਂ R&R ਸਰਵਿਸ ਦੇ ਮਾਧਿਅਮ ਰਾਹੀਂ। ਅਮਨਪ੍ਰੀਤ ਕੌਰ ਰੰਧਾਵਾ ਜੀ ਸਾਡੇ ਨਾਲ ਨੇ। ਔਰ ਦੋਸਤੋ, ਅਗਰ ਤੁਹਾਡਾ ਵੀ ਕੋਈ ਸਵਾਲ ਹੋਵੇ ਵੀਜ਼ੇ ਸੰਬੰਧੀ, ਪਾਸਪੋਰਟ ਸੰਬੰਧੀ, OCI ਦੇ ਰਿਲੇਟਡ, ਤਾਂ ਤੁਸੀਂ ਵੀ ਕਾਲ ਕਰਕੇ, ਸਾਡਾ ਇਹ ਲਾਈਵ ਸ਼ੋਅ ਹੈ, ਸਾਡੇ ਨਾਲ ਗੱਲ ਕਰ ਸਕਦੇ ਹੋ। ਸਾਡਾ ਨੰਬਰ ਹੈ 7187865221, ਜਿਹਦੇ ਰਾਹੀਂ ਤੁਸੀਂ ਇਹ ਆਪਣੀ ਲਾਈਵ ਗੱਲਬਾਤ ਜੋ ਹੈ ਅਮਨ ਜੀ ਨਾਲ ਕਰ ਸਕਦੇ ਹੋ। ਜੀ, ਇੱਕ ਅਮਨ ਜੀ ਸਾਡੇ ਨਾਲ ਕਾਲਰ ਜੁੜੇ ਨੇ, ਪਹਿਲੇ ਕਾਲ ਲੈ ਲਈਏ। हेलो, सत श्री अकाल जी। सत श्री अकाल जी, मैं रमेश कुमार बोल रहा हूँ एक्सनाइट से। जी, रमित कुमार जी। हाँ जी।
जी रमेश जी, क्या पूछना चाहते हैं आप? अच्छा, मैं ये पूछना चाहता हूँ, मेरा भी सिटीजन हो गया है, तो मैं अगर इंडिया जाना चाहता हूँ तो उसका वीज़ा का प्रोसेस कितना लॉन्ग रहता है और मुझे क्या क्या डॉक्यूमेंटेशन देने पड़ेंगे? जी अमन जी, वो पूछ रहे ने कि वीज़ा ਇਹਨਾਂ ਦਾ इमिग्रेशन मिल गई ना आपको? हाँ जी, पासपोर्ट बिल्कुल। आपका हो गया है और वीज़े के लिए पासपोर्ट आप हो पूछना गया। चाहते हैं? हाँ जी। जी हाँ जी रमेश कुमार जी, उसके लिए पहला जो आपका प्रोसेस है वो ये है कि आपने क्या यूएस पासपोर्ट ले लिया है या आपने अभी सिर्फ हाँ जी, सिटीजनशिप ली है? नहीं मिल गया पासपोर्ट। ओके, तो उसके बाद पहले आपका इंडियन पासपोर्ट कैंसिल करवाना पड़ता है, जिसको रिनंसिएशन बोलते हैं। ओके। इंडियन पासपोर्ट कैंसिल करवाने के बाद आपको एक सर्टिफिकेट इशू होता है, वो सर्टिफिकेट साथ में लेके फिर आपके वीज़े का प्रोसेस पूरा होता है, फिर आपको वीज़ा मिलेगा। उसमें 3 to 4 वीक्स लग जाते हैं आपके पासपोर्ट के कैंसिल के लिए, और उसके बाद 3 to 4 वीक्स का टाइम लग जाता है आपके वीज़े के लिए। तो मतलब ऑलमोस्ट 2 महीने चला जाएगा। जी बिल्कुल, इसमें प्रोसेस में 1.5 से 2 महीने लग जाएंगे। तो मतलब उससे जल्दी का प्रोसेस नहीं हो सकता कि उससे जल्दी भी हो सकता है कि अगर आपको कोई इमरजेंसी सिचुएशन है तो आप इलेक्ट्रॉनिक वीज़ा भी ले सकते हैं, वो 3 to 4 डेज़ में मिल जाएगा। उसमें आपको पासपोर्ट कैंसिल करवाने की भी ज़रूरत नहीं है, और आपको वीज़े के लिए लॉन्ग प्रोसेस के लिए भी आपको वेट नहीं करनी पड़ेगी। ओके, तो आपका अगर कांटेक्ट आपसे कांटेक्ट करेंगे तो आपका नंबर? जी हाँ, हमारा नंबर स्क्रीन पे चल रहा है, तो आप किसी भी टाइम 11 to 7 हमारे ऑफिस ओपनिंग आवर्स हैं, आप हमारे ऑफिस में कांटेक्ट कर सकते हैं, या आप सेम नंबर पे व्हाट्सएप पे आप मैसेज छोड़ सकते हैं अपना नाम और अपनी क्वारी लिख के, तो हम आपको कॉल बैक जितनी जल्दी हो सके कर लेंगे। ठीक है जी। तो मैं आप मतलब आप सैटरडे संडे चालू रहते हैं? हमारा ऑफिस सिर्फ संडे को क्लोज होता है, मंडे टू सैटरडे 11 to 7 हम ओपन होते हैं, हमारा ऑफिस ओपन रहता है। तो जैसे मैं सैटरडे संडे फ्री रहता हूँ तो ठीक है, आप सैटरडे को विजिट कर सकते हैं सर। जी रमेश जी, आप सैटरडे को ऑफिस जा सकते हो उनके, और आप फ्री कंसल्ट कर सकते हो, सारा कुछ आपका हो जाएगा। ठीक है विक्रम जी, बहुत बहुत शुक्रिया। आपका शो बहुत अच्छा लगा, मेरे को बहुत नॉलेज मिलता है आपके शो से। थैंक यू थैंक यू रमेश सो जी। मच जी। थैंक यू सर। ਜੀ ਅਮਨ ਜੀ, ਜਿਵੇਂ ਅਸੀਂ ਬ੍ਰੇਕ ਤੋਂ ਪਹਿਲੇ ਗੱਲ ਕਰ ਰਹੇ ਸੀ OCI ਦੇ ਬਾਰੇ, ਕੀ ਬੈਨੀਫਿਟਸ ਨੇ ਤੁਸੀਂ ਉਹਦੇ ਬਾਰੇ ਦੱਸ ਰਹੇ ਸੀ। OCI ਦੇ ਬਾਰੇ ਕੀ ਇੱਕ ਰਿਕੁਆਇਰਮੈਂਟਸ ਰਹਿੰਦੀਆਂ, ਕੀ ਪੇਪਰ ਰਹਿੰਦੇ ਨੇ ਜੋ ਸਾਨੂੰ ਨਾਲ ਲਗਾਉਣੇ ਪੈਂਦੇ ਨੇ? ਓਕੇ, OCI ਦੀ ਇੱਕ ਮੇਨ ਰਿਕੁਆਇਰਮੈਂਟ ਇਹ ਹੈਗੀ ਹੈ ਵੀ ਤੁਹਾਡਾ ਇੰਡੀਅਨ ਪਾਸਪੋਰਟ ਜ਼ਰੂਰ ਸਰੈਂਡਰ ਹੋਇਆ ਹੋਣਾ ਚਾਹੀਦਾ ਹੈ। ਜਦ ਤੱਕ ਤੁਸੀਂ ਆਪਣਾ ਇੰਡੀਅਨ ਪਾਸਪੋਰਟ ਨਹੀਂ ਸਰੈਂਡਰ ਕਰਵਾਉਂਦੇ, ਤੁਸੀਂ OCI ਦਾ ਪ੍ਰੋਸੈਸ ਨਹੀਂ ਲੈ ਸਕਦੇ। ਤੇ ਤੁਹਾਡਾ ਨੈਚੁਰਲਾਈਜੇਸ਼ਨ ਸਰਟੀਫਿਕੇਟ ਚਾਹੀਦਾ ਹੈ, US ਪਾਸਪੋਰਟ, ਤੁਹਾਡਾ ਇੰਡੀਅਨ ਪਾਸਪੋਰਟ, ਤੁਹਾਡਾ ਕੈਂਸਲੇਸ਼ਨ ਸਰਟੀਫਿਕੇਟ, ਤੁਹਾਡੀਆਂ ਪਿਕਚਰਸ ਚਾਹੀਦੀਆਂ ਹੁੰਦੀਆਂ ਵਿਦ ਵਾਈਟ ਬੈਕਗਰਾਉਂਡ। ਜੇ ਤੁਸੀਂ ਮੈਰਿਡ ਹੈਗੇ ਆ ਤਾਂ ਤੁਹਾਡਾ ਮੈਰਿਜ ਸਰਟੀਫਿਕੇਟ ਜ਼ਰੂਰੀ ਚਾਹੀਦਾ ਹੈ, ਤੁਹਾਡੇ ਸਪਾਊਸ ਦੀ ID। ਜੇ ਇਨ ਕੇਸ ਤੁਹਾਡੇ ਇੰਡੀਅਨ ਪਾਸਪੋਰਟ 'ਤੇ ਤੁਹਾਡੇ ਸਪਾਊਸ ਦਾ ਨਾਮ ਸੀਗਾ ਤੇ ਹੁਣ ਬਾਈ ਚਾਂਸ ਉਹ ਐਕਸਪਾਇਰਡ ਨੇ, ਤਾਂ ਉਹਨਾਂ ਦਾ ਤੁਸੀਂ ਡੈਥ ਸਰਟੀਫਿਕੇਟ ਨਾਲ ਦੇ ਸਕਦੇ ਹੋ। ਤੇ ਇਹੀ ਰਿਕੁਆਇਰਮੈਂਟਸ ਨੇ। ਔਰ OCI ਦਾ ਅਗਰ ਟਾਈਮ ਦੀ ਗੱਲ ਕਰੀਏ, ਕਿੰਨਾ ਕੁ ਟਾਈਮ ਲੱਗ ਜਾਂਦਾ ਹੈ? ਇੱਕ ਵਾਰ ਜਦੋਂ ਤੁਹਾਡੇ ਕੋਲ ਅਸੀਂ ਸਾਰਾ ਪ੍ਰੋਸੈਸ ਕਰਵਾ ਲਿਆ, OCI ਮਿਲਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ? OCI ਦੇ ਲਈ ਤੁਹਾਨੂੰ 5 to 6 ਵੀਕਸ ਦਾ ਪ੍ਰੋਸੈਸਿੰਗ ਟਾਈਮ ਹੈਗਾ, ਤੇ 5 to 6 ਵੀਕਸ ਦੇ ਵਿੱਚ OCI ਪ੍ਰਿੰਟ ਹੋ ਕੇ ਤੁਹਾਡੇ ਘਰ ਹੀ ਡਿਲੀਵਰ ਹੋ ਜਾਂਦੀ ਹੈ। ਜੀ, ਸੋ ਸਾਨੂੰ 1.5 ਮਹੀਨਾ ਵੇਟ ਕਰਨੀ ਪੈਂਦੀ ਹੈ, ਹਾਂਜੀ। ਬਲਕਿ ਇਹ ਕਹਿ ਸਕਦੇ ਹਾਂ ਜਿਸ ਟਾਈਮ ਤੇ ਸਾਡਾ ਪਲਾਨ ਨਾ ਹੋਵੇ ਟਰੈਵਲ ਕਰਨ ਦਾ, ਉਹ ਇੱਕ ਬੈਸਟ ਟਾਈਮ ਹੈ ਬਿਲਕੁਲ ਜਦੋਂ ਅਸੀਂ ਜੀ। OCI ਲੈ ਕੇ ਰੱਖ ਲਈਏ। ਅਕਸਰ ਕਈ ਸਾਡੇ ਮਿਲ ਜਾਣ ਵਾਲੇ ਹੁੰਦੇ ਨੇ, ਉਹ ਕਹਿੰਦੇ ਯਾਰ OCI ਤਾਂ ਲੈਣੀ ਹੁੰਦੀ ਹੈ, ਪਰ ਜਦੋਂ ਜਾਣਾ ਹੁੰਦਾ ਉਦੋਂ ਹੀ ਧਿਆਨ ਆਉਂਦਾ ਵੀ OCI ਲੈ ਲੈਂਦੇ ਤਾਂ ਚੰਗਾ ਸੀ। ਬਲਕਿ ਜਿਵੇਂ ਪਿੱਛੇ ਅਸੀਂ ਕਰੋਨਾ ਟਾਈਮ ਦੇਖਿਆ, ਹਾਂਜੀ ਜਦੋਂ ਕਿਸੇ ਟਾਈਮ ਤੱਕ ਤਾਂ ਉਹ ਜੋ ਵੀਜ਼ੇ ਸੀਗੇ ਉਹ ਬਲੌਕ ਕਰਤੇ ਗਏ, ਵੀਜ਼ੇ ਨੂੰ ਐਂਟਰੀ ਨਹੀਂ ਹਾਂਜੀ, ਸੀਗੀ, ਬਿਲਕੁਲ ਸਿਰਫ ਜੀ। OCI ਵਾਲੇ ਨੂੰ ਐਂਟਰੀ ਸੀ। ਉਦੋਂ ਲੱਗਿਆ ਕਿ ਵਾਕਈ ਬਹੁਤ ਜ਼ਰੂਰੀ ਕੰਮ ਹੈ ਜੋ ਕਿ ਸਾਨੂੰ ਕਰਨਾ ਚਾਹੀਦਾ, ਸਿਰਫ OCI ਵਾਲੇ ਬੰਦੇ ਉਸ ਵੇਲੇ ਜਾ ਸਕੇ। ਤਾਂ ਇੱਕ ਬਹੁਤ ਉਸ ਵੇਲੇ ਬੰਦੇ ਨੂੰ ਧਿਆਨ ਆਉਂਦਾ ਜਦੋਂ ਲੋੜ ਪੈਂਦੀ ਹੈ। ਹਾਂਜੀ ਤੇ ਇੱਕ ਇਹ ਕਹਾਂਗੇ ਅਸੀਂ ਆਪਣੇ ਦਰਸ਼ਕਾਂ ਨੂੰ ਕਿ ਹਰ ਕੋਈ ਇਹ ਜ਼ਰੂਰ ਲੈ ਕੇ ਰੱਖੇ OCI ਦਾ ਬੈਨੀਫਿਟ ਹੀ ਬੈਨੀਫਿਟ ਹੈ। ਜਿਵੇਂ ਕਿ ਤੁਸੀਂ ਦੱਸਿਆ ਉੱਥੇ ਪ੍ਰੋਪਰਟੀ ਵੀ ਲੈ ਸਕਦੇ ਨੇ, ਔਰ ਸਟੇ ਦਾ ਤੁਸੀਂ ਦੱਸਿਆ ਜਿੰਨੇ ਮਰਜ਼ੀ ਟਾਈਮ ਰਹਿ ਸਕਦੇ ਨੇ। ਬਿਲਕੁਲ ਜੀ, ਤੁਸੀਂ ਕਿੰਨੀ ਵੀ ਦੇਰ ਦੇ ਲਈ ਉੱਥੇ ਸਟੇ ਕਰ ਸਕਦੇ ਹੈਗੇ ਹੋ। ਜੀ, ਔਰ ਅਗਰ ਇਹ ਤਾਂ ਉਹਨਾਂ ਦੇ ਲਈ ਹੋ ਗਿਆ ਜਿਹੜੇ OCI ਜਿਹਨਾਂ ਨੇ ਲੈਣੀ ਹੈ। ਇਸ ਤੋਂ ਇਲਾਵਾ ਕਈ ਲੋਕ ਕਹਿੰਦੇ ਹੁੰਦੇ ਵੀ ਅਸੀਂ OCI ਦੇ ਇੱਛੁਕ ਨਹੀਂ ਹੈਗੇ ਜਾਂ ਚਾਹਵਾਨ ਨਹੀਂ ਨੇ, ਉਹਨਾਂ ਦੇ ਲਈ ਕਿਸ ਤਰੀਕੇ ਨਾਲ ਵੀਜ਼ੇ ਦੇ ਵਿੱਚ ਜੋ ਕੰਮ ਕੀਤਾ ਜਾਂਦਾ ਹੈ? ਦੇਖੋ, ਜੇ ਨਾਰਮਲ ਤੁਸੀਂ ਵੀਜ਼ਾ ਲੈਂਦੇ ਹੈਗੇ ਹੋ, 10 ਈਅਰ ਵੀਜ਼ਾ ਲੈਂਦੇ ਹੋ, ਜਾਂ ਤੁਸੀਂ ਕੋਈ ਵੀ ਇਲੈਕਟ੍ਰੋਨਿਕ ਵੀਜ਼ਾ ਲੈਂਦੇ ਹੋ,
ਤੇ ਉਹਦੇ ਵਿੱਚ ਤੁਸੀਂ 6 ਮੰਥ ਤੱਕ ਹੀ ਇੰਡੀਆ ਦੇ ਵਿੱਚ ਰਹਿ ਸਕਦੇ ਹੋ। ਵਿਦਿਨ 6 ਮੰਥ ਫਿਰ ਤੁਹਾਨੂੰ ਕੰਟਰੀ ਆਊਟ ਹੋਣਾ ਹੀ ਪੈਂਦਾ ਹੈ। ਪਰ ਜੇ ਤੁਸੀਂ OCI ਵੀ ਨਹੀਂ ਲੈਣਾ ਚਾਹੁੰਦੇ ਤੇ ਤੁਸੀਂ 6 ਮਹੀਨੇ ਤੋਂ ਜ਼ਿਆਦਾ ਵੀ ਉੱਥੇ ਰਹਿਣਾ ਚਾਹੁੰਦੇ ਹੋ ਤੇ ਉਹਦੇ ਲਈ ਬੈਸਟ ਆਪਸ਼ਨ ਹੈ ਵੀ ਤੁਹਾਨੂੰ ਐਂਟਰੀ ਵੀਜ਼ਾ ਫਿਰ ਮਿਲ ਜਾਂਦਾ ਹੈ। ਤੁਸੀਂ ਐਂਟਰੀ ਵੀਜ਼ਾ ਲੈ ਕੇ ਉੱਥੇ ਰਹਿ ਸਕਦੇ ਹੋ। ਉਹਦੇ ਵਿੱਚ ਤੁਸੀਂ ਅਨਲਿਮਿਟਡ ਟਾਈਮ ਰਹਿ ਸਕਦੇ ਹੋ ਐਂਟਰੀ ਵੀਜ਼ਾ ਉਹਦੇ ਵਿੱਚ ਵੀ ਤੁਹਾਨੂੰ ਐਂਟਰੀ ਵੀਜ਼ਾ ਮਿਲਦਾ ਜਾਂ 2 ਈਅਰ ਦਾ ਮਿਲ ਜਾਂਦਾ ਜਾਂ ਤੁਹਾਨੂੰ 5 ਈਅਰ ਦੀ ਵੈਲਿਡਿਟੀ ਦਾ ਮਿਲ ਜਾਂਦਾ। ਜੀ। ਔਰ ਕੋਈ ਹੋਰ ਐਸੀ ਆਪਸ਼ਨ ਨਹੀਂ ਜਿਹਦੇ ਵਿੱਚ ਅਸੀਂ ਲੰਬਾ ਟਾਈਮ ਰਹਿ ਸਕੀਏ? ਨਹੀਂ ਜੀ। ਠੀਕ ਹੈ। ਇਹ ਤੁਸੀਂ ਜਿੱਦਾਂ ਐਂਟਰੀ ਵੀਜ਼ਾ ਦੀ ਗੱਲ ਕੀਤੀ, ਇਹ ਸਾਨੂੰ ਉੱਥੇ ਪਹੁੰਚ ਕੇ 에ਅਰਪੋਰਟ ਤੇ ਇੰਡੀਆ 에ਅਰਪੋਰਟ ਪਹੁੰਚ ਕੇ ਮਿਲ ਜਾਂਦਾ? ਨਹੀਂ, ਇਹ ਐਂਟਰੀ ਵੀਜ਼ਾ ਤੁਹਾਨੂੰ ਪਹਿਲਾਂ ਹੀ ਇੱਥੋਂ ਹੀ ਅਪਲਾਈ ਕਰਨਾ ਪੈਂਦਾ ਹੈ ਤੇ ਇਹ ਤੁਹਾਡੇ ਪਾਸਪੋਰਟ ਦੇ ਉੱਤੇ ਪ੍ਰਿੰਟ ਹੋ ਕੇ ਹੀ ਤੁਹਾਨੂੰ ਮਿਲਦਾ ਹੈ। ਕਿ ਇੱਕ ਇਲੈਕਟ੍ਰੋਨਿਕ ਵੀਜ਼ਾ ਹੁੰਦਾ ਆ ਜਿਹੜਾ ਕਿ ਤੁਹਾਨੂੰ ਇੱਕ ਪੇਪਰ ਵੀਜ਼ਾ ਦੇ ਦਿੱਤਾ ਜਾਂਦਾ ਆ, ਉਹ 'ਤੇ ਤੁਹਾਨੂੰ ਇੱਥੋਂ 에ਅਰਲਾਈਨ ਪਿਕ ਕਰ ਲੈਂਦੇ ਆ, ਤੁਹਾਨੂੰ ਚੜ੍ਹਨ ਦਿੰਦੇ ਆ ਤੇ ਜਦੋਂ ਤੁਸੀਂ ਇੰਡੀਆ 에ਅਰਪੋਰਟ 'ਤੇ ਉਤਰਦੇ ਹੋ ਤੇ ਉੱਥੇ ਇਮੀਗ੍ਰੇਸ਼ਨ ਆਫੀਸਰਸ ਤੁਹਾਡੇ ਪਾਸਪੋਰਟ ਦੇ ਉੱਤੇ ਸਟੈਂਪ ਕਰ ਦਿੰਦੇ ਆ ਤੁਹਾਡੀ ਜਿੰਨੀ ਵੀ ਵੀਜ਼ੇ ਦੀ ਵੈਲਿਡਿਟੀ ਹੈ ਕਿ ਤੁਸੀਂ 1 ਈਅਰ ਵੀਜ਼ਾ ਲਿਆ ਜਾਂ ਤੁਸੀਂ 5 ਈਅਰ ਵੀਜ਼ਾ ਲਿਆ। ਉਹਦੇ ਵਿੱਚ ਵੀ ਤੁਹਾਨੂੰ ਟਰੈਵਲ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਜਿਹੜਾ ਐਂਟਰੀ ਵੀਜ਼ਾ ਹੈ ਜਾਂ ਰੈਗੂਲਰ ਵੀਜ਼ਾ ਹੈ 10 ਈਅਰ ਵੀਜ਼ਾ ਹੈ, ਉਹ ਤੁਹਾਡੇ ਪਾਸਪੋਰਟ ਦੇ ਉੱਤੇ ਸਟੈਂਪ ਹੋ ਕੇ ਮਿਲਦਾ ਹੈ ਤੁਹਾਨੂੰ। ਜੀ। ਔਰ ਅਗਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕਿਸੇ ਪਰਿਵਾਰ ਦੇ ਵਿੱਚ ਕੋਈ ਟ੍ਰੈਜਡੀ ਹੋ ਜਾਂਦੀ ਹੈ ਪਿੱਛੇ, ਤੇ ਉਹ ਇੱਕਦਮ ਬੰਦਿਆਂ ਨੂੰ ਉਸ ਵੇਲੇ ਹੁੰਦਾ ਵੀ ਸਾਨੂੰ ਕੋਈ ਐਮਰਜੈਂਸੀ ਵੀਜ਼ਾ ਮਿਲਿਆ ਜਾਵੇ, ਕਿਉਂਕਿ ਸੇਮ ਡੇ ਉਹ ਲੋਕ ਚਾਹੁੰਦੇ ਹੁੰਦੇ ਸੀ ਟਰੈਵਲ ਕਰਨਾ ਹੈ, ਉਹਦੇ ਲਈ ਕੋਈ ਐਸੀ ਆਪਸ਼ਨ ਹੈ, ਕੋਈ ਐਸੀ ਐਮਰਜੈਂਸੀ ਵੀਜ਼ਾ? ਉਹਦੇ ਲਈ ਦੇਖੋ, ਜੇ ਤੁਹਾਡੇ ਕੋਲ 2 ਜਾਂ 3 ਦਿਨ ਦਾ ਟਾਈਮ ਹੈ ਤਾਂ ਤੁਸੀਂ ਇਲੈਕਟ੍ਰੋਨਿਕ ਵੀਜ਼ਾ ਵੀ ਲੈ ਸਕਦੇ ਹੋ, ਜਾਂ ਉਹਦੇ ਲਈ ਇੰਡੀਅਨ ਕੌਂਸੂਲੇਟ ਵੱਲੋਂ ਆਪਣੇ ਐਮਰਜੈਂਸੀ ਹੌਟਲਾਈਨ ਨੰਬਰਸ ਇਸ਼ੂ ਉਹਨਾਂ ਨੇ ਕੀਤੇ ਹੋਏ ਆ, ਜਿਹਦੇ ਤੇ ਉਹਨਾਂ ਨੂੰ ਤੁਸੀਂ ਕੰਟੈਕਟ ਕਰਕੇ ਤੁਸੀਂ ਆਪਣਾ ਪੂਰਾ ਪੇਪਰ ਵਰਕ ਉਹਨਾਂ ਦੇ ਕੋਲ ਲੈ ਕੇ ਚਲੇ ਜਾਓ ਤੇ ਉਹ ਤੁਹਾਨੂੰ ਸੇਮ ਡੇ ਵੀਜ਼ਾ ਇਸ਼ੂ ਕਰ ਦਿੰਦੇ ਆ। ਮਤਲਬ ਕਾਫੀ, ਕਿਉਂਕਿ ਇਸ ਤਰ੍ਹਾਂ ਦੇਖਿਆ ਕਿ ਜਿਨ੍ਹਾਂ ਦੇ ਘਰ ਕਈ ਵਾਰ ਕੋਈ ਨਾ ਐਸੀ ਮਤਲਬ ਅਨਹੋਣੀ ਗੱਲ ਹੋ ਜਾਂਦੀ ਹੈ ਤੇ ਉਸ ਵੇਲੇ ਤਾਂ ਕੁਝ ਸੁੱਝ ਹੀ ਨਹੀਂ ਰਿਹਾ ਹੁੰਦਾ ਕਿ ਕੀ ਕੀਤਾ ਜਾਵੇ, ਔਰ ਨਾ ਹੀ ਕੋਈ ਬੰਦਾ ਵੀ ਉਸ ਵੇਲੇ ਸਹੀ ਲੱਭਦਾ ਕਿ ਜਿਹੜਾ ਸਾਨੂੰ ਦੱਸ ਸਕੇ। ਲੇਕਿਨ ਤੁਸੀਂ ਦੱਸ ਰਹੇ ਹੋ ਕਿ ਇੱਕ ਐਸਾ ਨੰਬਰ ਹੈ ਇੰਡੀਅਨ ਕੌਂਸੂਲੇਟ ਵੱਲੋਂ ਜਿਸ 'ਤੇ ਅਸੀਂ ਗੱਲ ਕਰਕੇ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹਾਂ ਔਰ ਉਹ ਸਾਨੂੰ ਸੇਮ ਡੇ ਹੀ ਵੀਜ਼ਾ ਪ੍ਰੋਵਾਈਡ ਹੋ ਸਕਦਾ ਹੁੰਦਾ ਹੈ। ਔਰ ਅਗਰ ਅਸੀਂ ਗੱਲ ਕਰੀਏ ਅਸੈਲਮ ਦੀ, ਅਸੀਂ ਪਹਿਲੇ ਵੀ ਗੱਲ ਕੀਤੀ, ਫਿਰ ਅਸੈਲਮ ਦੀ ਗੱਲ ਆ ਗਈ ਕਿ ਕਈ ਲੋਕ ਹੁੰਦੇ ਜਿਹਨਾਂ ਅਸੈਲਮ ਦਾ ਕੇਸ ਕੀਤਾ, ਸਿਟੀਜ਼ਨਸ਼ਿਪ ਇੱਥੇ ਮਿਲ ਗਈ, ਔਰ ਉਹ ਲੋਕ ਡਰਦੇ ਹੁੰਦੇ ਕਿ ਸਾਨੂੰ ਵੀਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ। ਕਈ ਵਾਰ ਲੋਕ ਆਪਣਾ ਸਟੇਟਸ ਉਹ ਛੁਪਾ ਕੇ ਰੱਖਦੇ ਆ ਕਿ ਕਿਸ ਕੈਟਾਗਰੀ ਦੇ ਥਰੂ ਸਾਨੂੰ ਵੀਜ਼ਾ ਮਿਲਿਆ ਸੀ, ਤੇ ਉਹਦੇ ਲਈ ਕੀ ਵੀਜ਼ਾ ਮਿਲਣਾ ਈਜ਼ੀ ਹੈ ਅਸੈਲਮ ਵਾਲੇ ਬੰਦੇ ਨੂੰ ਜਾਂ ਕਿਸ ਤਰ੍ਹਾਂ? ਹਾਂਜੀ ਬਿਲਕੁਲ ਜੀ, ਇਸ ਵੇਲੇ ਅਸਾਈਲਮ ਦੇ ਲਈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਉਹਨਾਂ ਨੇ ਅਸਾਈਲਮ ਲਈ ਹੋਈ ਹੈ ਪਰ ਫਿਰ ਵੀ ਉਹ ਵੀਜ਼ਾ ਲੈ ਕੇ ਆਪਣੀ ਕੰਟਰੀ ਨੂੰ ਟਰੈਵਲ ਕਰ ਸਕਦੇ ਆ। ਇਹ ਕੁਝ 1 ਸਾਲ ਪਹਿਲਾਂ ਹੀ, ਅਰਾਊਂਡ 2 ਸਾਲ ਪਹਿਲਾਂ ਹੀ ਕੌਂਸੂਲੇਟ ਨੇ ਸਟਾਰਟ ਕੀਤਾ ਹੈ ਕਿ ਤੁਸੀਂ ਅਸਾਈਲਮ ਕੈਟਾਗਰੀ ਦੇ ਹੋ। ਪਹਿਲਾਂ ਤਾਂ ਜਿੱਦਾਂ ਉਹਨਾਂ ਨੂੰ ਪਾਸਪੋਰਟ ਵੀ ਨਹੀਂ ਦਿੱਤੇ ਜਾਂਦੇ ਸੀਗੇ, ਉਹ ਜਾਂਦੇ ਸੀਗੇ ਤਾਂ ਉਹਨਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਸੀਗੇ, ਤੇ ਹੁਣ ਇੱਦਾਂ ਦਾ ਕੁਝ ਨਹੀਂ ਹੈਗਾ। ਤੁਸੀਂ ਆਪਣੀ ਕੰਟਰੀ ਦਾ ਪਾਸਪੋਰਟ ਵੀ ਲੈ ਸਕਦੇ ਹੋ ਤੇ ਤੁਸੀਂ ਆਪਣੀ ਕੰਟਰੀ ਦਾ ਵੀਜ਼ਾ ਲੈ ਕੇ ਦੁਬਾਰਾ ਤੋਂ ਉੱਥੇ ਟਰੈਵਲ ਵੀ ਕਰ ਸਕਦੇ ਆ। ਬਿਲਕੁਲ, ਕਿਉਂਕਿ ਅਸੀਂ ਸਾਡੀਆਂ ਦੇਖੋ ਜਿੱਥੇ ਮਰਜ਼ੀ ਅਸੀਂ ਪਹੁੰਚ ਜਾਈਏ, ਸਾਡੀਆਂ ਜੋ ਇੱਕ ਰੂਟਸ ਨੇ ਜਿਹਨੂੰ ਜੜ੍ਹਾਂ ਕਹਿੰਦੇ ਨੇ, ਸਾਡੀਆਂ ਜੜ੍ਹਾਂ ਉਹ ਉੱਥੇ ਵਸੀਆਂ, ਸਾਡੇ ਦਿਲ ਉੱਥੇ ਹੀ ਵਸਦੇ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ। ਔਰ ਇੱਕ ਬਹੁਤ ਸੋਹਣਾ ਤੁਸੀਂ ਇੱਕ ਮੈਸੇਜ ਲੈ ਕੇ ਆਏ ਹੋ ਕਿ ਡਰਨ ਦੀ ਗੱਲ ਨਹੀਂ, ਅਗਰ ਕਿਸੇ ਕੋਲ ਅਸਾਈਲਮ ਵੀ ਹੈ ਵੀਜ਼ਾ ਉਹਨਾਂ ਨੂੰ ਮਿਲ ਸਕਦਾ ਹੈ, ਜੋ ਕਿ ਪਹਿਲੇ ਬਹੁਤ ਇੱਕ ਡਰਾਵੇ ਪਾਏ ਜਾਂਦੇ ਸੀਗੇ ਔਰ ਕਾਫੀ ਇੱਕ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਸੀ ਇਸ ਨੌਲੇਜ ਦਾ। ਅੱਜ ਤੁਸੀਂ ਬਹੁਤ ਇੱਕ ਸੌਖਾ ਇਹ ਮੈਸੇਜ ਲੈ ਕੇ ਆਏ ਹੋ ਔਰ ਵੇਲਾ ਹੋ ਚੱਲਿਆ ਹੈ ਇੱਥੇ ਇੱਕ ਬ੍ਰੇਕ ਦਾ। ਔਰ ਦੋਸਤੋ, ਬ੍ਰੇਕ ਤੋਂ ਬਾਅਦ ਜਾਣਾਂਗੇ ਹੋਰ ਵੀ ਜੋ ਲੀਗਲ ਸਰਵਿਸਿਜ਼ ਨੇ ਇਸ ਰਿਲੇਟਡ। ਪੈਨ ਕਾਰਡ ਹੈ, ਚਾਹੇ ਉਹ ਪਾਵਰ ਆਫ ਅਟਾਰਨੀ ਹੈ, ਕਿਵੇਂ ਉਹ ਬਣਾਈ ਜਾ ਸਕਦੀ ਹੈ, ਇਹਨਾਂ ਸਾਰਾ ਵਿਸ਼ਿਆਂ ਤੇ ਚਰਚਾ ਕਰਾਂਗੇ, ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਫੇਸ ਟੂ ਫੇਸ ਵਿੱਚ। ਦੋਸਤੋ, ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਐਸੀ ਜਾਣਕਾਰੀ ਜੋ ਕਿ ਇੱਕ ਬਹੁਤ ਅਹਿਮ ਪੜਾਵ ਜਿਸ ਨੂੰ ਕਹਿੰਦੇ ਜ਼ਿੰਦਗੀ ਦਾ ਹੁੰਦਾ ਹੈ। ਜਦੋਂ ਸਾਨੂੰ ਇਮੀਗ੍ਰੇਸ਼ਨ ਮਿਲ ਗਈ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਾਨੂੰ ਰਿਕੁਆਇਰਮੈਂਟਸ ਹੁੰਦੀਆਂ ਨੇ, ਕਈ ਕੁਝ ਕਰਨਾ ਪੈਂਦਾ ਹੈ, ਚਾਹੇ ਵੀਜ਼ਾ ਲੈਣਾ ਹੋਵੇ ਜਾਂ OCI ਲੈਣੀ ਹੋਵੇ, ਔਰ ਉਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਸਾਡੇ ਸਵਾਲ ਰਹਿੰਦੇ ਨੇ। ਅਗਰ ਤੁਹਾਡਾ ਵੀ ਇਸ ਰਿਲੇਟਡ ਕੋਈ ਸਵਾਲ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਇਹ ਲਾਈਵ ਸ਼ੋਅ ਹੈ, ਨੰਬਰ ਹੈ 7187865221। ਆਓ ਇੱਕ ਵਾਰ ਫਿਰ ਗੱਲਬਾਤ ਕਰਦੇ ਹਾਂ ਅਮਨਪ੍ਰੀਤ ਕੌਰ ਰੰਧਾਵਾ ਜੀ ਦੇ ਨਾਲ। ਜੀ ਅਮਨ ਜੀ, ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕਰ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਹੋ ਸਕਦਾ ਹੈ। ਇੱਕ ਜੋ ਗੱਲ ਆਉਂਦੀ ਹੈ ਕਿ ਕਈ ਵਾਰ ਲੋਕ ਹੁੰਦੇ ਨੇ ਕਿ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲੈ ਲਈ ਔਰ ਉਸ ਤੋਂ ਬਾਅਦ ਉਹਨਾਂ ਨੇ ਜੋ ਆਪਣਾ ਇੰਡੀਅਨ ਪਾਸਪੋਰਟ ਹੈ, ਕਾਫੀ ਟਾਈਮ ਹੋ ਗਿਆ ਲਏ ਹੋਏ, ਉਹਨਾਂ ਨੇ ਹਾਲੇ ਤੱਕ ਆਪਣਾ ਪਾਸਪੋਰਟ ਸਰੈਂਡਰ ਨਹੀਂ ਕੀਤਾ, ਤੇ ਉਹਦੇ ਲਈ ਕੋਈ ਪੈਨਲਟੀ ਹੁੰਦੀ ਹੈ ਜਾਂ ਕੀ ਹੁੰਦਾ ਹੈ? ਕਿਉਂਕਿ ਕਾਫੀ ਲੋਕਾਂ ਨੂੰ ਟਾਈਮ ਨਹੀਂ ਲੱਗਦਾ ਕਈ ਵਾਰ ਇਹ ਕਰਨ ਦਾ। ਹਾਂਜੀ ਬਿਲਕੁਲ,
ਸਿਟੀਜ਼ਨਸ਼ਿਪ ਤੋਂ ਬਾਅਦ ਵੈਸੇ ਜ਼ਰੂਰੀ ਹੁੰਦਾ ਹੈ ਕਿ ਜੇ ਤੁਸੀਂ ਵੀਜ਼ਾ ਲੈਣਾ ਜਾਂ OCI ਲੈਣੀ ਹੈ ਤੇ ਤੁਹਾਨੂੰ ਆਪਣਾ ਪਾਸਪੋਰਟ ਸਰੈਂਡਰ ਕਰਵਾ ਦੇਣਾ ਚਾਹੀਦਾ ਆ। ਪਰ ਜੇ ਤੁਸੀਂ ਨਹੀਂ ਵੀ ਕਰਵਾਇਆ ਤਾਂ ਵੀ ਹੁਣ ਤੁਹਾਨੂੰ ਉਹਦੇ ਵਿੱਚ ਕੋਈ ਡਿਫਿਕਲਟੀ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਤੁਹਾਨੂੰ ਪੈਨਲਟੀ ਪੇ ਕਰੋਗੇ, ਬਿਕੋਜ਼ ਉਹ ਇੰਡੀਅਨ ਕੌਂਸੂਲੇਟ ਨੇ ਬੰਦ ਕਰ ਦਿੱਤੀ ਹੋਈ ਹੈ। ਤੁਸੀਂ ਹੁਣ ਰੈਗੂਲਰ ਫੀਸ ਦੇ ਵਿੱਚ ਕਦੀ ਵੀ ਆਪਣਾ ਪਾਸਪੋਰਟ ਸਰੈਂਡਰ ਕਰਵਾ ਕੇ ਤੇ ਤੁਸੀਂ ਆਪਣਾ ਸਰੈਂਡਰ ਸਰਟੀਫਿਕੇਟ ਲਓ, ਜਿਹਦੇ ਨਾਲ ਤੁਹਾਨੂੰ ਵੀਜ਼ਾ ਆਸਾਨੀ ਨਾਲ ਮਿਲ ਜਾਏਗਾ, ਜਾਂ ਤੁਸੀਂ ਜੇ OCI ਲੈਣਾ ਚਾਹੁੰਦੇ ਹੋ ਤੇ ਤੁਹਾਨੂੰ OCI ਆਰਾਮ ਨਾਲ ਮਿਲ ਜਾਏਗੀ। ਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਪਹਿਲੇ ਇਹਨਾਂ ਦੀ ਕਾਲ ਲੈ ਲਈਏ। ਹਾਂਜੀ ਜੀ ਸਵਾਗਤ ਹੈ ਜੀ ਤੁਹਾਡਾ, ਔਨ 에ਅਰ ਹੋ ਤੁਸੀਂ। ਹੈਲੋ ਹੈਲੋ ਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਮੈਂ ਜੀ। ਰਾਜ ਸ਼ਮਟ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਕੈਲੀਫੋਰਨੀਆ ਸੈਕਰਾਮੈਂਟੋ ਤੋਂ ਬੋਲ ਰਿਹਾ ਜੀ ਕੀ ਸਵਾਲ ਹੈ ਜੀ ਤੁਹਾਡਾ? ਮੇਰਾ ਸਵਾਲ ਇਹ ਹੈ ਵੀ ਜਦ ਕਰੋਨਾ ਤੋਂ ਪਹਿਲਾਂ 10 ਸਾਲ ਦੇ ਵੀਜ਼ੇ ਲੱਗੇ ਸੀ ਸਾਡੇ ਇੰਡੀਆ ਦੇ, ਜੀ ਤੇ ਉਹ ਸਸਪੈਂਡ ਹੋ ਗਿਆ ਸੀ, ਉਹ ਦੁਬਾਰਾ ਉਹਨਾਂ ਨੇ ਕਰ ਦਿੱਤੇ ਆ ਸਟਾਰਟ, ਮਤਲਬ ਉੱਤੇ ਹੀ ਟਰੈਵਲ ਕਰ ਸਕਦੇ ਆ? ਹਾਂਜੀ ਰਾਜ ਜੀ, ਬਿਲਕੁਲ ਤੁਸੀਂ ਉਹਨਾਂ ਵੀਜ਼ਿਆਂ ਤੇ ਦੁਬਾਰਾ ਟਰੈਵਲ ਕਰ ਸਕਦੇ ਹੋ, ਬਿਕੋਜ਼ ਉਹ ਵੀਜ਼ੇ ਰੀਇਨਸਟੇਟ ਹੋ ਗਏ ਨੇ, ਉਹਨਾਂ ਦੀ ਵੈਲਿਡਿਟੀ ਹਜੇ ਹੈਗੀ ਹੈ ਤੇ ਤੁਸੀਂ ਉੱਤੇ ਟਰੈਵਲ ਕਰ ਸਕਦੇ ਆ। ਓਕੇ ਜੀ, ਓਕੇ। ਸਾਡੀ ਵੈਲਿਡਿਟੀ 26 ਤੱਕ ਹੈਗੀ ਆ? ਹਾਂਜੀ, ਤੁਸੀਂ 26 ਤੱਕ ਉਹਨਾਂ ਵੀਜ਼ਿਆਂ ਤੇ ਤੁਸੀਂ ਟਰੈਵਲ ਕਰ ਸਕਦੇ ਆ। ਠੀਕ ਹੈ ਓਕੇ ਜੀ, ਜੀ, ਥੈਂਕ ਯੂ। ਥੈਂਕ ਯੂ ਰਾਜ ਜੀ। ਥੈਂਕ ਯੂ, ਬਾਏ। ਜੀ ਵਾਕਈ ਜਿਹੜੀ ਗੱਲ ਇਹਨਾਂ ਨੇ ਕੀਤੀ ਉਸ ਵੇਲੇ ਉਹ ਟਾਈਮ ਸੀ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਸੀ, ਜਿਸ ਤਰ੍ਹਾਂ ਅਸੀਂ ਹਾਂਜੀ। ਪਹਿਲੇ ਜ਼ਿਕਰ ਕੀਤਾ ਕਿ ਵੀਜ਼ੇ ਵਾਲਿਆਂ ਨੂੰ ਐਂਟਰੀ ਉਹ ਬੈਨ ਕਰਤੀ ਗਈ ਸੀ, ਬੰਦ ਕਰਤੀ ਗਈ ਸੀ ਐਂਟਰੀ। ਔਰ ਬਹੁਤ ਇੱਕ ਅੱਛੀ ਗੱਲ ਹੈ ਕਿ ਉਸ ਵੇਲੇ ਦਾ ਸਮਾਂ ਇੱਕ ਬੜਾ ਦਰਦਨਾਕ ਸਮਾਂ ਦਰਦਨਾਕ ਸੀ। ਸਮਾਂ ਸੀ। ਸਾਰੀ ਦੁਨੀਆ ਆਪਣੇ ਆਪਣੇ ਘਰਾਂ 'ਚ ਸਿਮਟ ਕੇ ਬੈਠ ਗਈ, ਕਿਸੇ ਨੇ ਸੋਚਿਆ ਨਹੀਂ ਸੀ ਇਹ ਸਮਾਂ ਵੀ ਸਾਨੂੰ ਦੇਖਣਾ ਹਾਂਜੀ। ਪਏਗਾ, ਲੇਕਿਨ ਫਿਰ ਦੁਬਾਰਾ ਇੱਕ ਦਾਤਾਰ ਦੀ ਕਿਰਪਾ ਦੇ ਨਾਲ ਹੁਣ ਦੁਬਾਰਾ ਉਹ ਸਮਾਂ ਆ ਗਿਆ। ਫਿਰ ਅਸੀਂ ਦੁਬਾਰਾ ਬਿਜ਼ਨਸ ਵੀ ਸਾਰੇ ਨਾਰਮਲ ਹੋਣੇ ਸ਼ੁਰੂ ਹੋ ਗਏ, ਹਾਂਜੀ। ਲੋਕ ਟਰੈਵਲ ਵੀ ਕਰ ਰਹੇ ਆ। ਬਲਕਿ ਇਸ ਸਾਲ ਤਾਂ ਅਸੀਂ ਤੁਹਾਡੇ ਕੋਲ ਫਿਰ ਉਸ ਗੱਲ ਤੇ ਬਾਅਦ ਦੇ ਵਿੱਚ ਆਵਾਂਗੇ ਕਿ ਕਿੰਨੇ ਕੁ ਲੋਕ ਇਸ ਵਾਰ ਟਰੈਵਲ ਕਰ ਰਹੇ, ਕਿਉਂਕਿ 2 ਸਾਲ ਲੋਕ ਟਰੈਵਲ ਨਹੀਂ ਕਰ ਪਾਏ। ਜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਉਹ ਫੀਸ ਜੋ ਹੈ ਪੈਨਲਟੀ ਨਹੀਂ ਲੱਗਦੀ। ਨਹੀਂ ਜੀ, ਹੁਣ ਪੈਨਲਟੀ ਨਹੀਂ ਲੱਗਦੀ ਤੁਹਾਨੂੰ ਜੇ 3 ਸਾਲ ਤੋਂ ਜ਼ਿਆਦਾ ਵੀ ਹੋ ਗਏ ਹੋਏ ਨੇ ਸਿਟੀਜ਼ਨਸ਼ਿਪ ਲਈ ਨੂੰ, ਤਾਂ ਤੁਸੀਂ ਹੁਣ ਆਪਣਾ ਪਾਸਪੋਰਟ ਜੇ ਸਰੈਂਡਰ ਲਈ ਭੇਜਦੇ ਹੋ ਤਾਂ ਤੁਹਾਨੂੰ ਜਸਟ ਉਹਦੀ ਫੀਸ ਜਿਹੜੀ ਆ ਉਹ ਪੇ ਕਰਨੀ ਪਏਗੀ, ਪਰ ਤੁਹਾਨੂੰ ਪੈਨਲਟੀ ਚਾਰजेस ਨਹੀਂ ਕੋਈ ਵੀ ਪੈਣਗੇ। ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਇਹਨਾਂ ਹੀ ਕਾਲ ਲੈ ਲਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਰੰਧਾਵਾ ਬੋਲਦਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਜੀ? ਮਿਲਵਾਕੀ ਤੋਂ। ਜੀ ਸ਼ਮਸ਼ੇਰ ਜੀ, ਕੀ ਸਵਾਲ ਹੈ ਜੀ ਤੁਹਾਡਾ? ਮੇਰਾ ਸਵਾਲ ਹੈ ਜੀ, ਜਿਹਨਾਂ ਕੋਲ OCI ਹੈ ਉਹ ਕਿੰਨੀ ਦੇਰ ਸਟੇ ਕਰ ਸਕਦੇ ਇੰਡੀਆ 'ਚ? OCI ਦੇ ਉੱਤੇ ਤੁਸੀਂ ਅਨਲਿਮਿਟਿਡ ਟਾਈਮ ਦੇ ਲਈ ਸਟੇ ਕਰ ਸਕਦੇ ਹੈਗੇ ਹੋ। ਜੀ ਸ਼ਮਸ਼ੇਰ ਜੀ, ਹੈਲੋ। ਹਾਂਜੀ ਹਾਂਜੀ, ਮੈਂ ਸੁਣ ਰਿਹਾ। ਹਾਂਜੀ ਤੁਸੀਂ ਅਨਲਿਮਿਟਿਡ ਟਾਈਮ ਦੇ ਲਈ ਅਮਨ ਜੀ ਕਹਿ ਰਹੇ ਨੇ ਤੁਸੀਂ ਸਟੇ ਕਰ ਸਕਦੇ ਹੋ, ਅਗਰ ਤੁਹਾਡੇ ਕੋਲ OCI ਹੈ ਉਹਦੇ ਲਈ ਕੋਈ ਠੀਕ ਹੈ। ਐਸੀ ਟਾਈਮ ਲਿਮਿਟ ਨਹੀਂ ਹੈ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਤੇ ਪੈਨਲਟੀ ਤੋਂ ਬਾਅਦ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਪੈਨਲਟੀ ਉਸ ਤੁਸੀਂ ਕਹਿ ਰਹੇ ਕਿ ਉਸ ਵੇਲੇ ਦੀ ਜੋ ਹੈ ਉਹ ਖਤਮ ਕਰ ਦਿੱਤੀ ਗਈ, ਉਸ ਤੋਂ ਬਾਅਦ ਕੋਈ ਐਸੀ ਪੈਨਲਟੀ ਨਹੀਂ ਹੈ। ਹਾਂਜੀ। ਔਰ ਗੱਲ ਅਸੀਂ ਕਰਦੇ ਹਾਂ ਕਿ ਕਈ ਵਾਰ ਲੋਕ ਇੱਥੇ ਆਉਂਦੇ ਨੇ, ਇੱਕ ਬਹੁਤ ਵੱਡਾ ਇੱਕ ਜ਼ਿੰਮੇਵਾਰੀ ਰਹਿੰਦੀ ਹੈ ਪਿੱਛੇ ਦੇ ਪ੍ਰਤੀ, ਕਿਉਂਕਿ ਕੋਈ ਨਾ ਕੋਈ ਜ਼ਮੀਨ ਹੁੰਦੀ ਹੈ, ਕੋਈ ਨਾ ਕੋਈ ਵੇਚਣ ਦਾ ਕਈ ਵਾਰੀ ਧਿਆਨ ਹੁੰਦਾ ਹੈ, ਜਾਂ ਕਿਸੇ ਫੈਮਿਲੀ ਮੈਂਬਰ ਦੇ ਨਾਂ ਦੇ ਉੱਤੇ ਟਰਾਂਸਫਰ ਕਰਨ ਦਾ ਧਿਆਨ ਹੁੰਦਾ ਹੈ। ਪਾਵਰ ਆਫ ਅਟਾਰਨੀ ਇੱਕ ਬਹੁਤ ਵੱਡੀ ਚੀਜ਼ ਹੈ ਜੋ ਅਸੀਂ ਇੱਥੇ ਵਸਦੇ ਹਾਂ ਉਹਨਾਂ ਦੇ ਲਈ ਪਾਵਰ ਆਫ ਅਟਾਰਨੀ ਇੱਕ ਬਹੁਤ ਅਹਿਮ ਇੱਕ ਗੱਲ ਰਹਿੰਦੀ ਹੈ। ਔਰ ਕਈ ਵਾਰੀ ਤਾਂ ਲੋਕਾਂ ਨੂੰ ਸਪੈਸ਼ਲ ਪਿੱਛੇ ਜਾ ਕੇ ਵੀ ਆਪਣੇ ਕੰਮਕਾਜ ਛੱਡ ਕੇ ਵੀ ਇਹ ਕੰਮ ਕਰਨੇ ਪੈਂਦੇ ਨੇ, ਹਾਂਜੀ। ਤੇ ਪਾਵਰ ਆਫ ਅਟਾਰਨੀ ਦੇ ਲਈ ਇੱਥੇ ਬੈਠੇ ਹੋਏ ਹੀ ਕਿਸ ਤਰੀਕੇ ਦੇ ਨਾਲ ਕੰਮ ਹੋ ਸਕਦਾ ਹੈ? ਹਾਂਜੀ, ਬਹੁਤ ਆਪਣਾ ਪੰਜਾਬੀ ਭਾਈਚਾਰਾ ਜਿਹੜਾ ਹੈਗਾ ਆ ਇਸ ਵੇਲੇ ਉਹ ਇੱਥੇ ਬੈਠੇ ਹੋਏ, ਉਹਨਾਂ ਨੂੰ ਪਿੱਛੇ ਪ੍ਰੋਬਲਮਸ ਆਉਂਦੀਆਂ, ਉਹਨਾਂ ਨੇ ਕੋਈ ਆਪਣੀ ਜ਼ਮੀਨ ਵੇਚਣੀ ਹੈ, ਕਿਸੇ ਨੇ ਕੋਈ ਖਰੀਦ ਦੀ ਕੁਝ ਰਜਿਸਟਰੀ ਕਰਵਾਉਣੀ ਸੀਗੀ ਉਹ ਪੈਂਡਿੰਗ ਰਹਿ ਗਈ ਸੀਗੀ, ਵਾਪਸ ਇੱਥੇ ਨੂੰ ਮੁੜ ਕੇ ਆਉਣਾ ਪੈ ਗਿਆ, ਜਾਂ ਉਹਨਾਂ ਨੇ ਕਿਸੇ ਨੂੰ ਕੁਝ ਟ੍ਰਾਂਸਫਰ ਕਰਨਾ ਸੀਗਾ, ਜਾਂ ਉਹਨਾਂ ਦਾ ਕੋਈ ਬੈਂਕ ਦਾ ਮਸਲਾ ਆ, ਕੋਈ ਲੀਜ਼ ਦੀ ਪੇਮੈਂਟ ਸੀਗੀ ਉਹਨਾਂ ਦੀ ਰਹਿੰਦੀ, ਜਿਹੜਾ ਉਹ ਹੁਣ ਆਪਣੀ ਵਾਈਫ ਨੂੰ ਜਾਂ ਆਪਣੇ ਸਪਾਊਸ ਨੂੰ ਜਾਂ ਆਪਣੇ ਪੇਰੈਂਟਸ ਨੂੰ ਉਹਦੀ ਰਿਸਪੌਂਸਿਬਿਲਿਟੀ ਦੇਣਾ ਚਾਹੁੰਦੇ ਆ। ਸੋ ਇੱਦਾਂ ਦੀਆਂ ਕਾਫੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਪਾਵਰ ਆਫ ਅਟਾਰਨੀ ਦੇ ਥਰੂ ਹੀ ਕਰਵਾਉਣੀਆਂ ਪੈਂਦੀਆਂ ਨੇ ਜੀ, ਤੇ ਉਹਦੇ ਲਈ ਵੀ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਦੇ ਹੈਗੇ ਆ, ਉਹਨਾਂ ਨੂੰ ਪੂਰੀ ਇਸ ਚੀਜ਼ ਦੇ ਲਈ ਸਰਵਿਸ ਪ੍ਰੋਵਾਈਡ ਕਰਕੇ ਦਿੰਨੇ ਆ। ਇਹ ਜਿਹੜੀਆਂ ਪਾਵਰ ਆਫ ਅਟਾਰਨੀਜ਼ ਹੁੰਦੀਆਂ ਨੇ ਇਹ ਕੌਂਸੂਲੇਟ ਜਨਰਲ ਆਫ ਇੰਡੀਆ ਤੋਂ ਹੀ ਅਟੈਸਟ ਹੋ ਕੇ ਜਾਂਦੀਆਂ ਨੇ, ਤਾਂ ਹੀ ਇਹ ਉੱਥੇ ਇੰਡੀਆ ਦੇ ਵਿੱਚ ਵੈਲਿਡ ਹੁੰਦੀਆਂ ਨੇ। ਉੱਥੇ ਜਾ ਕੇ ਤੁਹਾਨੂੰ SSP ਆਫਿਸ ਦੇ ਵਿੱਚ ਇਹਨਾਂ ਨੂੰ ਦੁਬਾਰਾ ਤੋਂ ਰਜਿਸਟਰ ਕਰਵਾਉਣਾ ਪੈਂਦਾ ਆ, ਤੇ ਫਿਰ ਇਹ ਅਪਰੂਵ ਹੁੰਦੀਆਂ ਨੇ, ਤੇ ਫਿਰ ਤੁਹਾਡੇ ਉੱਥੇ ਕੰਮ ਹੋ ਜਾਂਦੇ ਨੇ। ਜੀ, ਔਰ ਇਸ ਰਿਲੇਟਡ ਜਿਸ ਤਰ੍ਹਾਂ ਪਾਵਰ ਆਫ ਅਟਾਰਨੀ ਦੀ ਗੱਲ ਕਰਦੇ ਹਾਂ ਕਿ
ਅਗਰ ਕਿਸੇ ਬੰਦੇ ਨੇ ਇੱਥੇ ਰਜਿਸਟਰੀ ਵੀ ਅਸੀਂ ਕਰਾ ਸਕਦੇ ਹਾਂ ਪਾਵਰ ਆਫ ਅਟਾਰਨੀ, ਤਾਂ ਇੱਕ ਹੁੰਦੀ ਵੇਚਣ ਦੇ ਲਈ, ਹਾਂਜੀ ਤੇ ਅਗਰ ਅਸੀਂ ਰਜਿਸਟਰੀ ਕਿਸੇ ਦੇ ਨਾਂ ਤੇ ਕਰਾਣੀ ਹੋਵੇ, ਜਿੱਦਾਂ ਫੈਮਿਲੀ ਅਗਰ ਸਪੋਜ਼ ਕਰੋ ਕਿਸੇ ਨੂੰ ਗਿਫਟ ਕਰਨਾ ਹੋਵੇ, ਹਾਂਜੀ ਤੇ ਉਹ ਵੀ ਪਾਵਰ ਆਫ ਅਟਾਰਨੀ ਨਾਲ ਹੋ ਜਾਂਦਾ। ਤੁਸੀਂ ਉਹਦੇ ਵਿੱਚ ਜਿੱਦਾਂ ਆਪਣੀ ਵਾਈਫ ਨੂੰ ਤੁਸੀਂ ਅਥਾਰਟੀ ਹੈਂਡਓਵਰ ਕਰ ਦਿੰਦੇ ਹੋ ਜਾਂ ਤੁਸੀਂ ਆਪਣੇ ਫਾਦਰ ਨੂੰ ਅਥਾਰਟੀ ਹੈਂਡਓਵਰ ਕਰ ਦਿੰਦੇ ਹੋ, ਉਹਦੇ ਅਕੋਰਡਿੰਗਲੀ ਵੀ ਉਹ ਕੰਮ ਹੋ ਜਾਂਦਾ ਹੈ ਜੀ। ਔਰ ਅਗਰ ਅਸੀਂ ਟਾਈਮ ਦੀ ਗੱਲ ਕਰੀਏ, ਪਾਵਰ ਆਫ ਅਟਾਰਨੀ ਬਣਾਉਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ? ਇਹਦੇ ਲਈ ਦੇਖੋ 10 to 15 ਡੇਜ਼ ਦਾ ਟਾਈਮ ਚਾਹੀਦਾ ਹੁੰਦਾ ਹੈਗਾ ਆ, ਬਿਕੋਜ਼ ਇਹ ਸਿਰਫ ਨੋਟਰੀ ਅਟੈਸਟਡ ਹੋ ਕੇ ਇਹ ਨਹੀਂ ਵੈਲਿਡ ਹੁੰਦੀ। ਇਹ ਜਿਹੜੀਆਂ ਵੈਲੀਡੇਸ਼ਨਸ ਹੁੰਦੀਆਂ ਨੇ ਇਹ ਕੌਂਸੂਲੇਟ ਜਨਰਲ ਆਫ ਇੰਡੀਆ ਤੋਂ ਕਰਵਾਉਣੀਆਂ ਪੈਂਦੀਆਂ ਨੇ, ਉਹਦੇ ਲਈ ਟਾਈਮ ਲੱਗ ਜਾਂਦਾ ਹੈਗਾ ਆ ਜੀ। ਔਰ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਅਮਨ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਜੀ ਰਜਿੰਦਰ ਬੋਲਦੀ ਹਾਂ ਕੈਲੀਫੋਰਨੀਆ ਤੋਂ। ਜੀ ਰਜਿੰਦਰ ਜੀ, ਸਵਾਗਤ ਹੈ ਤੁਹਾਡਾ। ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਆ ਵੀ ਮੇਰਾ ਜਿਹੜਾ 10 ਇਅਰ ਦਾ ਵੀਜ਼ਾ ਸੀ ਉਹ ਹੁਣ ਨੈਕਸਟ ਮੰਥ ਐਕਸਪਾਇਰ ਹੋ ਜਾਣਾ ਜੀ। ਤੇ ਮੇਰਾ ਪਾਸਪੋਰਟ ਜੇ ਹੈਗਾ ਉਹ ਨੈਕਸਟ ਈਅਰ ਤੱਕ ਆ। ਸੋ ਮੈਂ ਕਿੰਨੀ ਦੇਰ ਤੱਕ ਉਸ ਪਾਸਪੋਰਟ ਤੇ ਉਹਦੀ ਵੈਲਿਡਿਟੀ ਹੈਗੀ ਆ, ਕਿੰਨੇ ਟਾਈਮ ਤੱਕ ਮੈਂ ਉੱਤੇ ਜਾ ਸਕਦੀ ਹਾਂ ਜੇ ਮੈਨੂੰ ਇੰਡੀਆ ਜਾਣਾ ਪਵੇ? ਵੀਜ਼ਾ ਕਿਹੜਾ ਲੈਣਾ ਪਊਗਾ ਮੈਨੂੰ? ਓਕੇ, ਸਤਿ ਸ਼੍ਰੀ ਅਕਾਲ ਰਜਿੰਦਰ ਜੀ, ਮੈਂ ਅਮਨਪ੍ਰੀਤ ਰੰਧਾਵਾ। ਤੁਹਾਡਾ ਪਾਸਪੋਰਟ ਐਕਸਪਾਇਰ ਹੋਣ ਤੋਂ 6 ਮਹੀਨੇ ਪਹਿਲਾਂ ਤੱਕ ਤੁਸੀਂ ਟਰੈਵਲ ਕਰ ਸਕਦੇ ਹੋ। ਜੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਸਿਰਫ 6 ਮਹੀਨੇ ਦੀ ਰਹਿ ਜਾਂਦੀ ਹੈ ਤੇ ਤੁਹਾਨੂੰ 에ਅਰਲਾਈਨ ਨਹੀਂ ਚੜ੍ਹਨ ਦਿੰਦੇ, ਤੁਸੀਂ ਫਿਰ ਉਹ 'ਤੇ ਟਰੈਵਲ ਨਹੀਂ ਕਰ ਸਕਦੇ। ਫਿਰ ਉਹਦੇ ਲਈ ਇੱਕ ਬੈਸਟ ਆਪਸ਼ਨ ਹੁੰਦੀ ਹੈ ਵੀ ਤੁਹਾਡਾ ਪਾਸਪੋਰਟ ਜਦੋਂ ਸਾਲ ਦੀ ਵੈਲਿਡਿਟੀ ਰਹਿ ਗਈ ਤੇ ਤੁਸੀਂ ਆਪਣਾ ਪਾਸਪੋਰਟ ਪਹਿਲਾਂ ਰੀਨਿਊ ਕਰਵਾ ਲਓ। ਪਾਸਪੋਰਟ ਰੀਨਿਊ ਕਰਵਾ ਕੇ ਫਿਰ ਤੁਸੀਂ ਵੀਜ਼ਾ ਲੈ ਲਓ। ਜਾਂ ਜੇ ਤੁਹਾਡੇ ਪਾਸਪੋਰਟ ਦੀ ਹੁਣ 1 ਸਾਲ ਦੀ ਵੈਲਿਡਿਟੀ ਹੈਗੀ ਹੈ ਤੇ ਤੁਹਾਨੂੰ ਹੁਣ ਰਾਈਟ ਨਾਓ ਕਿਸੇ ਐਮਰਜੈਂਸੀ ਕੇਸਿਸ ਦੇ ਲਈ ਟਰੈਵਲ ਕਰਨਾ ਪੈ ਰਿਹਾ ਹੈ ਤੇ ਤੁਸੀਂ ਫਿਰ ਇਲੈਕਟ੍ਰੋਨਿਕ ਵੀਜ਼ਾ ਲੈ ਕੇ ਤੁਸੀਂ ਟਰੈਵਲ ਕਰ ਸਕਦੇ ਆ। ਅੱਛਾ, ਨਹੀਂ ਮੈਂ ਪੁੱਛਣਾ ਸੀ ਜੇ ਮੇਰਾ ਹੁਣ ਸਾਲ ਤੋਂ ਪਹਿਲਾਂ ਵੀ ਮੈਂ ਆਪਣਾ ਪਾਸਪੋਰਟ ਤੇ ਵੀਜ਼ਾ ਇਕੱਠਾ ਵੀ ਉਹ ਮੇਰਾ ਕਰ ਸਕਦੀ ਆ, ਉਹਨੂੰ ਵੀ ਰਿਨਿਊ ਕਰਾ ਸਕਦੀ ਆ ਪਾਸਪੋਰਟ ਨੂੰ ਤੇ ਨਾਲ ਵੀਜ਼ੇ 10 ਇਅਰ ਦੇ ਵੀਜ਼ੇ ਲਈ ਅਪਲਾਈ ਕਰ ਸਕਦੀ ਆ? ਇਹ ਕਹਿੰਦੇ ਤੁਸੀਂ? ਨਹੀਂ ਜੀ, ਤੁਸੀਂ ਇਕੱਠਾ ਨਹੀਂ ਅਪਲਾਈ ਕਰ ਸਕਦੇ ਹੈਗੇ। ਪਹਿਲਾਂ ਤੁਹਾਨੂੰ ਪਾਸਪੋਰਟ ਰੀਨਿਊ ਕਰਵਾਉਣਾ ਪਏਗਾ, ਪਾਸਪੋਰਟ ਤੁਹਾਨੂੰ ਮਿਲ ਜਾਏਗਾ ਤੇ ਫਿਰ ਤੁਹਾਡਾ 10 ਇਅਰ ਦਾ ਵੀਜ਼ਾ ਹੋ ਸਕਦਾ ਹੈ। ਉਹ ਅੱਛਾ, 1 ਸਾਲ ਪਹਿਲਾਂ ਮੈਂ ਕਰਾ ਸਕਦੀ ਹਾਂ ਜੇ ਮੈਨੂੰ ਲੋੜ ਪਵੇ? ਵਿਦਿਨ 1 ਇਅਰ ਦੇ ਵਿੱਚ ਤੁਸੀਂ ਕਰਵਾ ਸਕਦੇ ਆ। ਓਕੇ, ਤੇ ਨਹੀਂ ਤਾਂ ਫਿਰ ਮੈਂ 6 ਮਹੀਨੇ ਤੱਕ, ਮੇਰਾ ਹੁਣ ਸਤੰਬਰ ਚ ਐਕਸਪਾਇਰ ਹੋ ਜਾਣਾ ਨੈਕਸਟ ਮੰਥ। ਹਾਂਜੀ, ਤੇ ਉਸ ਤੋਂ ਬਾਅਦ ਮੈਂ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫੈਬਰੂਰੀ, ਮਾਰਚ ਤੱਕ ਮੈਂ ਟਰੈਵਲ ਕਰ ਸਕਦੀ ਹਾਂ? ਕੋਈ ਮੈਨੂੰ ਪ੍ਰੋਬਲਮ ਤਾਂ ਨਹੀਂ ਆਊਗੀ? ਨਹੀਂ ਜੀ, ਉਨੀ ਦੇਰ ਤੱਕ ਨਹੀਂ ਪ੍ਰੋਬਲਮ ਆਉਂਦੀ। ਤੁਸੀਂ 6 ਮਹੀਨੇ ਪਹਿਲਾਂ ਤੱਕ ਉਹਦੇ ਤੇ ਟਰੈਵਲ ਕਰ ਸਕਦੇ ਆ। ਓਕੇ, ਥੈਂਕ ਯੂ ਜੀ। ਥੈਂਕ ਯੂ ਰਜਿੰਦਰ ਜੀ। ਜੀ, ਔਰ ਅਸੀਂ ਗੱਲ ਕਰ ਰਹੇ ਸੀ ਕਿ ਪਾਵਰ ਆਫ ਅਟਾਰਨੀ ਦੀ। ਹਾਂਜੀ। ਇਸ ਦੇ ਨਾਲ ਇੱਕ ਬਹੁਤ ਹੀ ਜੁੜਿਆ ਹੋਇਆ ਅਹਿਮ ਇੱਕ ਗੱਲ ਹੈ ਜੋ ਪੈਨ ਕਾਰਡ ਹੁੰਦਾ ਹੈ। ਕਾਫੀ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਦੇ ਅਕਾਊਂਟ ਇੰਡੀਆ ਦੇ ਵਿੱਚ ਨੇ ਔਰ ਬੈਂਕ ਦੇ ਵਿੱਚ ਜਦੋਂ ਜਾਣੋ ਹਰ ਵਾਰ ਕਹਿੰਦੇ ਨੇ ਕਿ ਪੈਨ ਕਾਰਡ ਲੈ ਕੇ ਆਓ, ਔਰ ਇੱਥੇ ਬੈਠੇ ਪੈਨ ਕਾਰਡ ਕੀ ਆਪਣੇ ਉਹ ਬਣਵਾ ਸਕਦੇ ਨੇ? ਕਿਸ ਤਰ੍ਹਾਂ ਹੁੰਦਾ ਹੈ? ਹਾਂਜੀ ਬਿਲਕੁਲ ਜੀ, ਜੇ ਤੁਸੀਂ ਇੰਡੀਆ ਦੇ ਸਿਟੀਜ਼ਨ ਸੀਗੇ ਕਿਸੇ ਵੀ, ਹੁਣ ਜੇ ਤੁਸੀਂ ਯੂਐਸ ਸਿਟੀਜ਼ਨਸ਼ਿਪ ਵੀ ਲੈ ਲਈ ਹੋਈ ਹੈ ਤੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਦੀ ਕਾਪੀ ਹੈਗੀ ਹੈ ਜਾਂ ਤੁਸੀਂ ਆਪਣਾ ਬਰਥ ਸਰਟੀਫਿਕੇਟ ਪ੍ਰੋਵਾਈਡ ਕਰ ਸਕਦੇ ਹੋ ਤੇ ਅਸੀਂ ਇੱਥੋਂ ਹੀ ਤੁਹਾਡੀ ਪੈਨ ਕਾਰਡ ਦੀ ਐਪਲੀਕੇਸ਼ਨ ਬਣਵਾ ਦਈਦੀ ਹੈਗੀ ਹੈ ਤੇ ਤੁਹਾਨੂੰ ਪੈਨ ਕਾਰਡ ਇੱਥੇ ਹੀ ਡਿਲੀਵਰ ਹੋ ਜਾਂਦਾ ਹੈ। ਉਹਦੇ ਵਿੱਚ 8 to 10 ਵੀਕਸ ਦਾ ਟਾਈਮ ਲੱਗਦਾ ਆ ਤੇ ਸਾਨੂੰ ਉਹਦੇ ਲਈ ਤੁਹਾਡੀ ਪਿਕਚਰ ਚਾਹੀਦੀ ਹੁੰਦੀ ਹੈ, ਤੁਹਾਡਾ ਪਾਸਪੋਰਟ, ਤੁਹਾਡਾ ਇੰਡੀਅਨ ਪਾਸਪੋਰਟ ਐਂਡ ਤੁਹਾਡੇ ਇੱਕ ਆਈਡੀ ਦੀ ਕਾਪੀ ਐਡਰੈਸ ਪ੍ਰੂਫ ਦੇ ਲਈ। ਜੀ, ਔਰ ਅਮਨ ਜੀ ਸਮਾਂ ਹੋ ਚੱਲਿਆ ਹੈ ਇੱਕ ਬ੍ਰੇਕ ਦਾ, ਔਰ ਦੋਸਤੋ ਬ੍ਰੇਕ ਤੋਂ ਬਾਅਦ ਜਾਣਾਂਗੇ ਹੋਰ ਵੀ ਜੋ ਸਰਵਿਸਿਜ਼ ਹੁੰਦੀਆਂ ਨੇ, ਚਾਹੇ ਕਿਸੇ ਦੀ ਪੈਨਸ਼ਨ ਹੁੰਦੀ ਹੈ ਉਹਦੇ ਲਈ ਇੱਕ ਲਾਈਫ ਸਰਟੀਫਿਕੇਟ ਜੋ ਬਣਵਾਉਣਾ ਪੈਂਦਾ ਹੈ ਉਹਦੇ ਲਈ ਕਿਸ ਤਰ੍ਹਾਂ ਕੰਮ ਹੁੰਦਾ, ਜਾਂ ਕੋਈ ਵੀ ਸਵਾਲ ਐਸੇ, ਉਹ ਸਾਰੀ ਅਸੀਂ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਫੇਸ ਟੂ ਫੇਸ ਵਿੱਚ। ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਡਾ ਲਈ ਐਸਾ ਇੱਕ ਸ਼ੋਅ ਜਿਹਦੇ ਵਿੱਚ ਕੀ ਸਾਰੀ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਵੀ ਹੈ ਔਰ ਕਿਵੇਂ ਇੱਕ ਪਾਸਪੋਰਟ ਸਰੈਂਡਰ ਕਰਨਾ ਹੈ, ਉਹਦੇ ਲਈ OCI ਦੇ ਲਈ ਕੀ ਕੰਮ ਕਰਨਾ ਪੈਂਦਾ, ਵੀਜ਼ੇ ਲਈ ਕੀ ਕਰਨਾ ਪੈਂਦਾ ਹੈ, ਸਾਰਾ ਕੁਝ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਰਹੇ ਹਾਂ। ਔਰ ਸਾਡੇ ਨਾਲ ਨੇ R&R ਸਰਵਿਸਿਜ਼ ਤੋਂ ਅਮਨਪ੍ਰੀਤ ਕੌਰ ਰੰਧਾਵਾ ਜੀ। ਆਓ ਇੱਕ ਵਾਰ ਫੇਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਅਮਨ ਜੀ, ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ। ਔਰ ਅਮਨ ਜੀ, ਇੱਕ ਜੋ ਹੁੰਦਾ ਕਿ 1 ਪੇਰੈਂਟ ਕੰਸੈਂਟ, ਇਹਦਾ ਕੀ ਭਾਵ ਹੈ? ਇਸ ਦੇ ਨਾਲ ਕੀ ਕਰਨਾ ਪੈਂਦਾ ਹੈ? ਇਹ ਇੱਕ 1 ਪੇਰੈਂਟ ਕੰਸੈਂਟ ਦਾ ਐਫੀਡੇਵਿਟ ਹੁੰਦਾ ਆ ਕਿ ਜਿੱਦਾਂ ਇੰਡੀਆ ਦੇ ਵਿੱਚ ਇੱਕ ਪੇਰੈਂਟ ਇੰਡੀਆ ਦੇ ਵਿੱਚ ਹੈ, ਇੱਕ ਪੇਰੈਂਟ ਇੱਥੇ USA ਦੇ ਵਿੱਚ ਆ, ਜਾਂ ਉਹਨਾਂ ਦੋਨੋਂ ਪੇਰੈਂਟਸ ਇੱਥੇ ਹੈਗੇ ਆ ਤੇ ਬੱਚੇ ਦੀ ਗਾਰਡੀਅਨਸ਼ਿਪ ਕਿਸੇ ਹੋਰ ਦੇ ਕੋਲ ਹੈ, ਬੱਚਾ ਕਿਸੇ ਹੋਰ ਦੇ ਕੋਲ ਰਹਿ ਰਿਹਾ, ਉਹਨੇ ਜਦੋਂ ਇੰਡੀਆ ਦੇ ਵਿੱਚ ਪਾਸਪੋਰਟ ਬਣਵਾਉਣਾ ਆ ਤੇ ਉਹਨਾਂ ਨੂੰ ਇੱਕ ਐਫੀਡੇਵਿਟ ਬਣਵਾਉਣਾ ਪੈਂਦਾ ਆ ਜਿਹਨੂੰ 1 ਪੇਰੈਂਟ ਕੰਸੈਂਟ ਕਹਿੰਦੇ ਆ।
ਤੇ ਉਹ ਐਫੀਡੇਵਿਟ ਜਿਹੜਾ ਆ ਉਹ ਕੌਂਸੂਲੇਟ ਜਨਰਲ ਆਫ ਇੰਡੀਆ ਦੀ ਅਟੈਸਟੇਸ਼ਨ ਹੋ ਕੇ ਜਾਂਦੀ ਹੈ ਤੇ ਫਿਰ ਬੱਚੇ ਦਾ ਇੰਡੀਆ 'ਚ ਪਾਸਪੋਰਟ ਬਣਦਾ ਹੈ। ਤੇ ਅਸੀਂ ਉਹਦੇ ਲਈ ਵੀ ਸਰਵਿਸ ਪ੍ਰੋਵਾਈਡ ਕਰਦੇ ਹੈਗੇ ਆ। ਤੇ ਜਿਨ੍ਹਾਂ ਦਾ ਵੀ ਪੇਰੈਂਟ ਦਾ ਇੱਥੇ ਲੀਗਲ ਸਟੇਟਸ ਹੈ ਉਹ ਆਪਣਾ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਦੇ ਕੇ ਨਾਲ ਪਾਸਪੋਰਟ ਦੀ ਕਾਪੀ ਦੇ ਕੇ ਤੇ ਉਹ ਕਿਉਂਕਿ ਪਾਸਪੋਰਟ ਇੰਡੀਆ ਦੇ ਵਿੱਚ ਅਪਲਾਈ ਕਰਨ ਲਈ ਦੋਨਾਂ ਪੇਰੈਂਟਸ ਦੀ ਉਹ ਨਾਲ ਲੱਗਦੀ ਹਾਂਜੀ, ਹੈ, ਬਿਲਕੁਲ। ਇਸ ਕਰਕੇ ਜ਼ਰੂਰੀ ਹੋ ਜਾਂਦਾ ਕਈ ਵਾਰੀ ਇੱਕ ਪੇਰੈਂਟਸ ਇੱਥੇ ਰਹਿੰਦੇ ਹਾਂਜੀ, ਮਾਈਨਰ ਦੇ ਲਈ ਕੋਈ ਵੀ ਇੱਕ ਪੇਰੈਂਟ ਪਾਸਪੋਰਟ ਇੱਦਾਂ ਬੱਚੇ ਦਾ ਨਹੀਂ ਬਣਵਾ ਸਕਦਾ, ਬਸ਼ਰਤੇ ਵੀ ਉਹਨਾਂ ਦਾ ਡਿਵੋਰਸ ਹੋਏ ਆ, ਉਹਨਾਂ ਦਾ ਵਨ ਪੇਰੈਂਟ ਦਾ ਡਿਵੋਰਸ ਹੈ ਤੇ ਉਹਨਾਂ ਨੂੰ ਕੰਸੈਂਟ ਹੀ ਇੱਕ ਪੇਰੈਂਟ ਨੂੰ ਦਿੱਤੀ ਹੋਈ ਆ ਤੇ ਫਿਰ ਉਹ ਡਿਫਰੈਂਟ ਸਿਨੈਰੀਓ ਹੁੰਦਾ। ਪਰ ਜੇ ਦੋਨੋਂ ਪੇਰੈਂਟਸ ਇਕੱਠੇ ਰਹਿ ਰਹੇ ਨੇ, ਮੈਰਿਡ ਹੈ, ਤੇ ਫਿਰ ਤੁਹਾਨੂੰ ਦੂਸਰੇ ਪੇਰੈਂਟ ਦੀ ਕੰਸੈਂਟ ਜ਼ਰੂਰੀ ਚਾਹੀਦੀ ਹੈ। ਜੀ। ਔਰ ਗੱਲ ਹੁਣ ਅਸੀਂ ਕਰਦੇ ਹਾਂ ਇਮੀਗ੍ਰੇਸ਼ਨ ਦੀ। ਹਾਂਜੀ, ਇਮੀਗ੍ਰੇਸ਼ਨ ਸੰਬੰਧੀ ਕਾਫੀ ਐਸੇ ਫਾਰਮ ਹੁੰਦੇ ਨੇ ਕੀ ਐਸੀ ਲੀਗਲ ਸਰਵਿਸਿਜ਼ ਹੁੰਦੀਆਂ ਨੇ ਔਰ ਅਕਸਰ ਲੋਕ ਜੋ ਹੈ ਕਿਉਂਕਿ ਆਪ ਭਰਨ ਲੱਗਿਆ ਕਾਫੀ ਇੱਕ ਡਰ ਰਹਿੰਦਾ ਹੈ ਕਿਉਂਕਿ ਅਗਰ ਕੋਈ ਕੈਟਾਗਰੀ ਗਲਤ ਲਿਖੀ ਗਈ, ਕੁਝ ਹੋਰ ਊਂਚ ਨੀਚ ਹੋ ਗਈ ਤਾਂ ਕਾਫੀ ਕੁਝ ਖਰਾਬ ਹੋ ਸਕਦਾ ਹੈ। ਇਮੀਗ੍ਰੇਸ਼ਨ ਲਈ ਤੁਸੀਂ ਕਿਹੜੇ ਫਾਰਮ ਜੋ ਹੈ ਫਿਲਅਪ ਕਰਦੇ ਹੋ? ਅਸੀਂ ਸਿਟੀਜ਼ਨਸ਼ਿਪ ਦੇ ਲਈ ਗ੍ਰੀਨ ਕਾਰਡ, ਅਸਾਈਲਮ ਕੇਸ ਦੇ ਗ੍ਰੀਨ ਕਾਰਡ ਜਾਂ ਤੁਹਾਡੇ ਕੰਡੀਸ਼ਨਲ ਗ੍ਰੀਨ ਕਾਰਡ ਜਿਹੜੇ ਜਿਨ੍ਹਾਂ ਮੈਰਿਡ ਕੇਸਿਸ ਦੇ ਵਿੱਚ ਮਿਲਦੇ ਆ ਕਿ 2 ਸਾਲ ਦਾ ਗ੍ਰੀਨ ਕਾਰਡ ਮਿਲ ਜਾਂਦਾ ਹੈ ਤੇ 2 ਸਾਲ ਬਾਅਦ ਉਹਨੂੰ ਦੁਬਾਰਾ ਤੋਂ ਫੇਰ ਰੀਨਿਊ ਕਰਵਾਉਣਾ ਪੈਂਦਾ ਹੈ। ਵਰਕ ਪਰਮਿਟ ਦੇ ਫਾਰਮਸ, ਟਰੈਵਲ ਡਾਕੂਮੈਂਟ ਦੇ ਫਾਰਮਸ, ਇਹ ਸਾਰੀ ਸਰਵਿਸਿਜ਼ ਵੀ ਅਸੀਂ ਨਾਲ ਪ੍ਰੋਵਾਈਡ ਕਰਦੇ ਹਾਂ। ਅਗਰ ਅਸੀਂ ਸਿਟੀਜ਼ਨਸ਼ਿਪ ਦੀ ਗੱਲ ਕਰੀਏ, ਅਗਰ ਕਿਸੇ ਕੋਲ ਗ੍ਰੀਨ ਕਾਰਡ ਹੈ ਤਾਂ ਉਹਨੂੰ ਕਿੰਨੇ ਸਾਲ ਲੱਗ ਜਾਂਦੇ, ਕਿੰਨੇ ਸਾਲ ਬਾਅਦ ਉਹ ਦੁਬਾਰਾ ਆਪਣਾ ਸਿਟੀਜ਼ਨ ਦੇ ਲਈ ਪੇਪਰ ਭਰ ਸਕਦੇ ਨੇ, ਐਲੀਜੀਬਲ ਨੇ? ਉਹ ਐਲੀਜੀਬਲ ਹੁੰਦੇ ਆ 5 ਈਅਰ ਬਾਅਦ, ਪਰ ਉਹਨਾਂ ਨੂੰ 3 ਸਾਲ ਦਾ 3 ਮਹੀਨੇ ਦਾ ਉਹਨਾਂ ਨੂੰ ਟਾਈਮ ਮਿਲ ਜਾਂਦਾ ਬਿਫੋਰ 90 ਡੇਜ਼ ਆਪਣਾ ਫਾਰਮ ਫਿਲਿੰਗ ਕਰਵਾ ਸਕਦੇ ਨੇ। ਮਤਲਬ ਜਿਹਨੂੰ ਆਪਾਂ ਕਹਿੰਦੇ ਕਿ ਪੌਣੇ 5 ਸਾਲ ਜਾਂ 4 ਮਹੀਨੇ 9 ਮਹੀਨੇ ਬਾਅਦ ਆਪਣਾ ਉਹ। ਬਿਲਕੁਲ ਜੀ। ਜੀ। ਔਰ ਅੱਜ ਕੱਲ ਕਿੰਨਾ ਕੁ ਟਾਈਮ ਲੱਗ ਰਿਹਾ ਹੈ ਜਿਹਨੂੰ ਆਪਾਂ ਕਹਿੰਦੇ ਕਿ ਸਿਟੀਜ਼ਨਸ਼ਿਪ ਦੀ ਡੇਟ ਆਉਣ ਦੇ ਲਈ? ਇਹਨੂੰ ਦੇਖੋ 7 ਤੋਂ 10 ਕੁ ਮਹੀਨੇ ਦਾ ਟਾਈਮ ਲੱਗ ਹੀ ਜਾਂਦਾ ਹੈਗਾ ਆ। ਇੰਟਰਵਿਊ ਵਗੈਰਾ ਹੁੰਦੇ ਆ, ਤੁਹਾਡੀ ਮੁੜ ਕੇ ਓਥ ਹੁੰਦੀ ਹੈ। ਜੀ। ਔਰ ਕਈ ਵਾਰ ਅਸੀਂ ਹੁੰਦਾ ਕਿ ਜਿਸ ਤਰ੍ਹਾਂ ਸਿਟੀਜ਼ਨ ਹੋ ਕੇ ਇੱਕ ਧਿਆਨ ਰਹਿੰਦਾ ਕਿ ਅਸੀਂ ਆਪਣੇ ਸਿਬਲਿੰਗਸ ਨੂੰ, ਆਪਣੇ ਭੈਣਾਂ ਭਰਾਵਾਂ ਨੂੰ ਅਸੀਂ ਅਪਲਾਈ ਕਰਨਾ ਹੁੰਦਾ ਹੈ, ਤੇ ਉਹਦੇ ਲਈ ਕਿਸ ਤਰੀਕੇ ਦੇ ਨਾਲ ਹੁੰਦਾ ਹੈ? ਉਹਦੇ ਲਈ ਹੈ ਕਿ ਤੁਸੀਂ ਮੁੜ ਕੇ ਫਿਰ ਇਮੀਗ੍ਰੇਸ਼ਨ ਪਟੀਸ਼ਨਸ ਹੁੰਦੀਆਂ ਆ ਵੀ ਤੁਸੀਂ ਆਪਣੇ ਸਿਬਲਿੰਗਸ ਲਈ ਵੀ ਪਾ ਸਕਦੇ ਆ, ਤੁਸੀਂ ਮੈਰਿਡ ਆ ਤਾਂ ਤੁਹਾਡੇ ਸਪਾਊਸ ਦੇ ਲਈ ਵੀ ਤੁਸੀਂ ਪਾ ਸਕਦੇ ਆ, ਤੁਸੀਂ ਆਪਣੇ ਪੇਰੈਂਟਸ ਦੇ ਲਈ ਵੀ ਪਾ ਸਕਦੇ ਆ। ਜੀ। ਉਹਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਅਗਰ ਪੇਰੈਂਟਸ ਨੂੰ ਅਪਲਾਈ ਕਰਨਾ ਹੋਵੇ? ਪੇਰੈਂਟਸ ਦਾ ਜਲਦੀ ਹੋ ਜਾਂਦਾ ਆ, ਉਹਨੂੰ ਫਿਰ ਵੀ ਟਾਈਮ ਲਿਮਿਟ ਜਿਹੜੀ ਹੈਗੀ ਆ 1 ਤੋਂ 1.5 ਸਾਲ ਲੱਗ ਹੀ ਜਾਂਦੀ ਹੈ ਇਸ ਵੇਲੇ, ਬਿਕੋਜ਼ ਹੁਣ ਦੁਬਾਰਾ ਤੋਂ ਇਮੀਗ੍ਰੇਸ਼ਨ ਸਰਵਿਸਿਜ਼ ਸਾਰੇ ਪਾਸੇ ਸਟਾਰਟ ਹੋਈਆਂ ਆ, ਬਿਕੋਜ਼ ਇਮੀਗ੍ਰੇਸ਼ਨ ਆਫਿਸਿਸ ਬੰਦ ਸੀਗੇ ਕੋਵਿਡ ਦੇ ਕਰਕੇ, ਤੇ ਤੁਸੀਂ ਉਹਨਾਂ ਨੂੰ ਅਪਲਾਈ ਕਰ ਸਕਦੇ ਆ ਵੀ ਜੇ ਉਹ ਵੀਜ਼ੇ ਤੇ ਸੀਗੇ। ਜੀ ਬਿਲਕੁਲ। ਔਰ ਅਗਰ ਵਰਕ ਪਰਮਿਟ ਦੀ ਗੱਲ ਕਰੀਏ, ਉਹਦੇ ਲਈ ਵੀ ਸਾਨੂੰ ਜੋ ਇਮੀਗ੍ਰੇਸ਼ਨ ਦੀ ਜ਼ਰੂਰਤ ਪੈਂਦੀ ਹੈ, ਵਰਕ ਪਰਮਿਟ ਜੋ ਫਾਰਮ ਹੁੰਦਾ ਹੈ ਉਹ ਫਿਲਅਪ ਕਰਨ ਦੇ ਲਈ, ਤੇ ਉਹ ਵੀ ਤੁਸੀਂ ਪ੍ਰੋਵਾਈਡ ਕਰਾਉਂਦੇ ਹੋ? ਹਾਂਜੀ ਬਿਲਕੁਲ ਜੀ, ਅਸੀਂ ਵਰਕ ਪਰਮਿਟ ਦੇ ਵੀ ਫਾਰਮ ਫਿਲਿੰਗ ਸਰਵਿਸਿਜ਼ ਦਿੰਦੇ ਆ। ਜੀ। ਔਰ ਅਸੀਂ ਪਹਿਲੇ ਗੱਲ ਕਰ ਰਹੇ ਸੀਗੇ OCI ਦੀ, ਇੱਕ ਗੱਲ ਹੋਰ ਧਿਆਨ ਦੇ ਵਿੱਚ ਆ ਗਈ ਕਿ ਜਿਹੜੇ ਬੱਚੇ ਇੱਥੇ ਦੇ ਬੋਰਨ ਨੇ ਸਾਡੇ, ਹਾਂਜੀ, ਉਹਨਾਂ ਨੂੰ ਵੀ ਕੀ ਇੰਡੀਆ ਦੀ OCI ਮਿਲ ਸਕਦੀ ਹੁੰਦੀ ਹੈ? ਹਾਂਜੀ, ਜਿਹੜੇ ਬੱਚੇ ਇੱਥੇ ਬੋਰਨ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਬਿਹਾਫ ਦੇ ਉੱਤੇ ਇੰਡੀਆ ਦੀ OCI ਲੈ ਸਕਦੇ ਨੇ, ਤੇ ਉਹ ਆਪਣੇ ਗ੍ਰੈਂਡ ਪੇਰੈਂਟਸ ਦੇ ਬਿਹਾਫ ਤੇ ਵੀ ਇੰਡੀਆ ਦੀ OCI ਲੈ ਸਕਦੇ ਨੇ। ਉਹਨਾਂ ਨੂੰ ਆਪਣੇ ਗ੍ਰੈਂਡ ਪੇਰੈਂਟਸ ਦਾ ਜਾਂ ਆਪਣੇ ਪੇਰੈਂਟਸ ਦਾ ਪ੍ਰੂਫ ਦੇਣਾ ਹੁੰਦਾ ਵੀ ਉਹ ਇੰਡੀਆ 'ਚ ਬੋਰਨ ਹੋਏ ਸੀਗੇ, ਉਹਨਾਂ ਦੇ ਪਾਸਪੋਰਟ ਦੀ ਕਾਪੀ ਉਹ ਦੇ ਸਕਦੇ ਨੇ, ਤੇ ਉਹਨਾਂ ਨੂੰ ਵੀ ਉਹਨਾਂ ਦੇ ਬਿਹਾਫ ਤੇ OCI ਮਿਲ ਜਾਂਦੀ ਹੈ। ਕਈ ਵਾਰ ਅਮਨ ਜੀ ਐਸਾ ਵੀ ਇੱਕ ਸਿਚੁਏਸ਼ਨ ਹੁੰਦੀ ਹੈ ਕਿ ਪੇਰੈਂਟਸ ਕੋਲ ਹੱਲੇ ਤੱਕ ਜੋ ਹੈ ਇਮੀਗ੍ਰੇਸ਼ਨ ਸਟੇਟਸ ਨਹੀਂ ਹੈ। ਹਾਂਜੀ। ਤੇ ਕੀ ਉਹਨਾਂ ਦੇ ਬੱਚੇ ਜਿੱਦਾਂ ਇੱਥੇ ਬੋਰਨ ਹੋ ਗਏ, ਉਹ ਬੱਚੇ OCI ਲੈ ਸਕਦੇ ਨੇ? ਇਹ ਇੱਕ ਕਹਿ ਲਓ ਕਿ ਲੀਗਲ ਤੌਰ ਦੇ ਉੱਤੇ ਉਹਨਾਂ ਨੂੰ ਕੁਝ ਨਾ ਕੁਝ ਡਾਕੂਮੈਂਟ ਪ੍ਰੋਵਾਈਡ ਕਰਨਾ ਪੈਂਦਾ ਹੈ, ਉਸ ਤੋਂ ਬਿਨਾਂ ਨਹੀਂ ਤੁਸੀਂ ਲੈ ਨਹੀਂ ਸਕਦੇ। ਜਿੱਦਾਂ ਕਿ ਇੱਕ ਪਾਸਪੋਰਟ ਦੇ ਲਈ ਤੁਹਾਡੇ ਕੋਲ ਇੱਕ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ, ਸੇਮ ਥਿੰਗ OCI ਦੇ ਲਈ ਵੀ ਹੈ ਵੀ ਤੁਹਾਡਾ ਇੱਥੇ ਕੋਈ ਨਾ ਕੋਈ ਲੀਗਲ ਸਟੇਟਸ ਹੋਣਾ ਚਾਹੀਦਾ ਹੈ, ਤਾਂ ਤੁਹਾਡੇ ਬੱਚੇ ਨੂੰ OCI ਮਿਲ ਜਾਂਦੀ ਹੈ। ਜੀ। ਅਗਰ ਤੁਹਾਡੇ ਕੋਲ ਗ੍ਰੀਨ ਕਾਰਡ ਹੈ, ਪੇਰੈਂਟਸ ਕੋਲ ਗ੍ਰੀਨ ਕਾਰਡ ਹੈ, ਲੇਕਿਨ ਬੱਚੇ ਇੱਥੇ ਦੇ ਬੋਰਨ ਨੇ, ਫਿਰ ਉਹਨਾਂ ਨੂੰ ਮਿਲ ਸਕਦੀ OCI? ਹਾਂਜੀ ਬਿਲਕੁਲ, ਉਹਨਾਂ ਨੂੰ ਮਿਲ ਸਕਦੀ ਹੈ, ਲੇਕਿਨ ਕੋਈ ਨਾ ਕੋਈ ਸਟੇਟਸ ਇੱਥੇ ਜ਼ਰੂਰ ਹੋਣਾ ਚਾਹੀਦਾ। ਉਹਨਾਂ ਕੋਲ ਜਾਂ ਵਰਕ ਪਰਮਿਟ ਹੋਵੇ, ਜਾਂ ਉਹਨਾਂ ਕੋਲ ਗ੍ਰੀਨ ਕਾਰਡ ਹੋਵੇ, ਜਾਂ ਉਹਨਾਂ ਕੋਲ ਕੋਈ ਵੀ ਆਪਣੇ ਕੇਸ ਅਪਲਾਈ ਦਾ ਕੋਈ ਲੈਟਰ ਹੋਵੇ। ਜੀ। ਅਮਨ ਜੀ, ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅਸੀਂ ਨਿਊ ਜਰਸੀ ਤੋਂ ਬੋਲ ਰਹੇ ਹਾਂ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਕੁਲਵਿੰਦਰ ਹੈ ਜੀ। ਜੀ ਕੁਲਵਿੰਦਰ ਜੀ। ਮੇਰਾ ਸਵਾਲ ਇਹ ਹੈ ਕਿ ਜਿਵੇਂ ਲੜਕੀ ਸਿਟੀਜ਼ਨ ਹੈ ਤੇ ਉਹਨੇ ਆਪਣੇ ਹਸਬੈਂਡ ਦਾ ਅਪਲਾਈ ਕਰਨਾ, ਤੇ ਉਹਨੂੰ ਕਿੰਨਾ ਕੁ ਟਾਈਮ ਲੱਗਦਾ ਕੇਸ ਨੂੰ? ਉਹਨਾਂ ਦੇ ਲਈ ਜੀ ਤਕਰੀਬਨ 1.5 ਸਾਲ ਦਾ ਟਾਈਮ ਲੱਗ ਹੀ ਜਾਂਦਾ ਹੈਗਾ ਆ,
ਪੇਪਰ ਵਰਕ ਨੂੰ ਸਾਰਾ ਕੇਸ ਇੱਥੋਂ ਪਟੀਸ਼ਨ ਜਾਣੀ ਹੈਗੀ ਆ, ਅਪਰੂਵ ਹੋਣੀ ਆ, ਫਿਰ ਕੇਸ ਇੰਡੀਆ ਟ੍ਰਾਂਸਫਰ ਹੋਣਾ ਆ, ਫਿਰ ਇੰਡੀਆ ਤੋਂ ਸਾਰਾ ਪੇਪਰ ਵਰਕ ਸਬਮਿਟ ਹੋਣਾ ਆ। ਠੀਕ ਜੀ ਕੁਲਵਿੰਦਰ ਜੀ, ਠੀਕ ਹੈ ਜੀ, ਜੀ, ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ। ਜੀ ਓਕੇ ਜੀ। ਜੀ ਗੱਲ ਕਰ ਰਹੇ ਸੀਗੇ ਕਿ ਅਗਰ ਪੇਰੈਂਟਸ ਦੇ ਕੋਲ ਗ੍ਰੀਨ ਕਾਰਡ ਹੈ ਤੇ ਅੱਗੇ ਉਹਨਾਂ ਦੇ ਬੱਚੇ ਜੋ ਇੱਥੇ ਦੇ ਬੋਰਨ ਨੇ OCI ਉਹਨਾਂ ਨੂੰ ਮਿਲ ਸਕਦੀ ਹੈ। ਹਾਂਜੀ ਜੀ ਜੀ ਔਰ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਕਾਫੀ ਲੋਕ ਸਰਕਾਰੀ ਜਿੱਦਾਂ ਜੌਬ ਕਰਕੇ ਉੱਥੋਂ ਰਿਟਾਇਰ ਹੋਏ ਨੇ ਹਾਂਜੀ ਔਰ ਇੱਥੇ ਆਏ ਨੇ, ਲੇਕਿਨ ਉਹ ਪਿੱਛੇ ਡਿਪਾਰਟਮੈਂਟ ਜੋ ਹੈ ਡਿਮਾਂਡ ਕਰਦਾ ਹੈ ਕਿ ਬੰਦਾ ਉੱਥੇ ਕਿਸ ਤਰ੍ਹਾਂ ਹੈ, ਉਹਦਾ ਇੱਕ ਜੋ ਲਾਈਫ ਸਰਟੀਫਿਕੇਟ ਅਸੀਂ ਦੇਣਾ ਹੁੰਦਾ, ਉਹਦੇ ਲਈ ਕਿਸ ਤਰੀਕੇ ਦੇ ਨਾਲ ਕੰਮ ਕਰਨਾ ਪੈਂਦਾ ਹੈ? ਉਹਦੇ ਲਈ ਵੀ ਅਸੀਂ ਲਾਈਫ ਸਰਟੀਫਿਕੇਟ ਦੇ ਲਈ ਵੀ ਹੈਲਪ ਕਰੀਦੀ ਹੈਗੀ ਆ। ਕੁਝ ਇੱਕ ਡਿਪਾਰਟਮੈਂਟ ਹੈਗੇ ਆ ਜਿਹੜੇ ਕਿ ਸਿਰਫ ਕੌਂਸੂਲੇਟ ਦਾ ਲਾਈਫ ਸਰਟੀਫਿਕੇਟ ਹੀ ਮੰਨਦੇ ਆ, ਤੇ ਕੁਝ ਇੱਕ ਡਿਪਾਰਟਮੈਂਟ ਹੈਗੇ ਆ ਕਿ ਉਹ ਸਿੰਪਲ ਕਹਿੰਦੇ ਆ ਜੀ ਸਾਨੂੰ ਨੋਟਰੀ ਕਰਕੇ ਭੇਜ ਦਿਓ ਕਿ ਬੰਦਾ ਇੱਥੇ ਅਲਾਈਵ ਹੈ, ਤੇ ਅਸੀਂ ਦੋਨੋਂ ਤਰੀਕੇ ਦੇ ਨਾਲ ਉਹਨਾਂ ਨੂੰ ਹੈਲਪ ਕਰਦੇ ਆ। ਜੀ ਲੇਕਿਨ ਉਹ ਹਰ ਤਰੀਕੇ ਦੇ ਨਾਲ ਕੰਮ ਹੋ ਸਕਦਾ ਹੁੰਦਾ ਹੈ, ਹਾਂਜੀ, ਜਿਸ ਬਿਲਕੁਲ ਤਰੀਕੇ ਜੀ। ਨਾਲ ਵੀ ਹੋਵੇ, ਤੇ ਉਹਦੇ ਲਈ ਵੀ ਕਈ ਵਾਰ ਜ਼ਰੂਰੀ ਹੁੰਦਾ ਹੈ ਇੱਥੇ ਇਮੀਗ੍ਰੇਸ਼ਨ ਸਟੇਟਸ ਜ਼ਰੂਰੀ ਤਾਂ ਹੀ ਬਣਦਾ ਉਹ ਲਾਈਫ ਸਰਟੀਫਿਕੇਟ? ਨਹੀਂ, ਉਹਦੇ ਲਈ ਇਮੀਗ੍ਰੇਸ਼ਨ ਸਟੇਟਸ ਦੀ ਲੋੜ ਨਹੀਂ ਹੁੰਦੀ। ਜਿੱਦਾਂ ਹੁਣ ਜੇ ਤੁਸੀਂ ਸਿੰਪਲ ਪੇਪਰ ਇੱਕ ਨੋਟਰੀ ਕਰਕੇ ਹੀ ਭੇਜਣਾ ਹੈ ਕਿ ਬੰਦਾ ਅਲਾਈਵ ਹੈ, ਤੇ ਉਹਦੇ ਕੋਲ ਆਪਣਾ ਕੋਈ ਵੀ ਉਹਦੇ ਕੋਲ ਪਾਸਪੋਰਟ ਦੀ ਕਾਪੀ ਹੈਗੀ ਆ, ਵੈਲਿਡ ਪਾਸਪੋਰਟ ਦੀ ਕਾਪੀ ਹੈ, ਤੇ ਉਹ ਨੋਟਰੀ ਹੋ ਕੇ ਪੇਪਰ ਬਣ ਜਾਂਦਾ ਹੈਗਾ ਆ, ਤੇ ਉੱਥੇ ਇੰਡੀਆ ਦੇ ਵਿੱਚ ਉਹ ਐਕਸੈਪਟੇਬਲ ਹੈ। ਪਰ ਇਹ ਜੀ। ਡਿਪੈਂਡ ਕਰਦਾ ਹੈ ਕਿ ਇੰਡੀਆ ਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਕਿਹੜੀ ਹੈ, ਕਿਹੜੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਭੇਜਣਾ ਹੈ, ਤੇ ਉੱਥੇ ਇੰਡੀਆ ਕਿਹੜਾ ਡਿਪਾਰਟਮੈਂਟ ਹੈ। ਜੀ ਬਿਲਕੁਲ। ਔਰ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ, ਅਮਨ ਜੀ। ਹਾਂਜੀ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਹੈ? ਮੈਂ ਪੁੱਛਣਾ ਸੀ ਕੁਛ ਇਹਨਾਂ ਤੋਂ ਜਿਹੜੇ ਜੀ ਜੀ ਤੁਸੀਂ ਕਿੱਥੋਂ ਬੋਲ ਰਹੇ ਹੋ ਤੇ ਕੀ ਨਾਮ ਹੈ ਤੁਹਾਡਾ? ਅਸੀਂ, ਮੇਰਾ ਨਾਮ ਸਤਪਾਲ ਹੈ, ਮੈਂ ਲਾਸ ਵੇਗਸ ਤੋਂ ਬੋਲਦੀ ਹਾਂ। ਮੇਰੇ ਡੈਡੀ ਨਾ ਇੰਡੀਆ ਗਏ, ਉਹਨਾਂ ਨੂੰ ਹੋ ਗਏ ਆ ਮਾਰਚ ਵਿੱਚ ਗਏ ਸੀ। ਉਹਨਾਂ ਦਾ ਜਿਹੜਾ ਪਾਸਪੋਰਟ ਆ ਉਹ ਅਗਲੇ ਸਾਲ 7ਵੇਂ ਮਹੀਨੇ ਮਤਲਬ ਇਹਦਾ ਫਿਨਿਸ਼ ਹੋ ਜਾਣਾ ਆ। ਜੀ ਸਿਟੀਜ਼ਨ ਆ ਉਹ, ਤੇ ਉਹਨਾਂ ਦਾ ਜਿਹੜਾ ਵੀਜ਼ਾ ਆ ਉਹ ਮਾਰਚ ਵਿੱਚ ਫਿਨਿਸ਼ ਹੋ ਜਾਣਾ ਆ। ਉਹ ਜੇ ਉਹਨਾਂ ਨੂੰ ਅੱਗੇ ਚੜੇ ਸੀ, ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ, ਕਹਿੰਦੇ ਇਹ ਆ ਨਹੀਂ ਸਕਦੇ ਇਕੱਲੇ, ਅਸੀਂ ਇੱਧਰੋਂ ਜਾ ਨਹੀਂ ਸਕਦੇ। ਹੁਣ ਨਵੰਬਰ ਵਿੱਚ ਇੱਕ ਵਿਆਹ ਆ ਉੱਥੇ, ਅਸੀਂ ਦਸੰਬਰ ਵਿੱਚ ਉਹਨਾਂ ਨੂੰ ਨਾਲ ਲੈ ਕੇ ਆ ਸਕਦੇ ਇੰਨੇ ਟਾਈਮ ਦੇ ਵਿੱਚ? ਹਾਂਜੀ ਬਿਲਕੁਲ ਜੀ, ਤੁਸੀਂ ਆ ਸਕਦੇ ਹੈਗੇ ਆ। ਅੱਛਾ ਜੀ ਕਿਉਂਕਿ ਉਹਨਾਂ ਦਾ ਪਾਸਪੋਰਟ ਦਾ ਜਿਹੜਾ ਵੀਜ਼ਾ ਹੈ ਨਾ ਉਹ ਅਗਲੇ ਸਾਲ ਮਾਰਚ ਅਪ੍ਰੈਲ ਚ ਖਤਮ ਹੋ ਜਾਣਾ। ਪਰ ਤੁਸੀਂ ਨਵੰਬਰ ਚ ਜਾ ਰਹੇ ਹੋ ਨਾ ਇੰਡੀਆ ਜੀ? ਹਾਂਜੀ ਨਵੰਬਰ ਚ ਜਾ ਰਹੇ ਹਾਂ, ਤੇ ਦਸੰਬਰ ਚ ਸ਼ਾਇਦ ਵਾਪਸ ਦਸੰਬਰ ਵਿੱਚ ਆਉਣਗੇ। ਇੰਨਾ ਚਿਰ ਉਹ ਰਹਿ ਸਕਦੇ ਆ ਕਿਉਂਕਿ ਉਹਨਾਂ ਨੂੰ ਗਿਆ ਨੂੰ ਵੀ ਕਾਫੀ ਚਿਰ ਹੋ ਗਈ ਹੈ, ਜਿੱਦਾਂ ਮਾਰਚ ਦੇ ਗਏ ਉਹ ਆਹੋ ਉਹਨਾਂ ਨੂੰ 6 ਮਹੀਨੇ ਜਦੋਂ ਉਹਨਾਂ ਨੂੰ ਹੋ ਜਾਣੇ ਹੈਗੇ ਆ, ਤੇ ਉਹਨਾਂ ਨੂੰ ਲਾਗੇ ਦੇ FRRO ਦੇ ਆਫਿਸ ਤੋਂ ਜਾ ਕੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਣੀ ਹੈ ਉੱਥੇ ਹੋਰ ਸਟੇ ਕਰਨ ਦੇ ਲਈ, ਤੇ ਉਹ ਫਿਰ ਉਹਨਾਂ ਨੂੰ ਪਰਮਿਸ਼ਨ ਦੇ ਦਿੰਦੇ ਆ, ਤੇ ਫਿਰ ਉਹ ਹੋਰ ਉੱਥੇ ਰਹਿ ਸਕਦੇ ਨੇ। ਉੱਥੇ ਪੁਲਿਸ ਵਿੱਚ ਦੱਸਣਾ, ਪੁਲਿਸ ਵਾਲਿਆਂ ਨੂੰ ਦੱਸਣਾ ਪਊਗਾ? ਉੱਥੇ FRRO ਦਾ ਆਫਿਸ ਹੁੰਦਾ ਹੈ ਜੀ। FRO? ਹਾਂਜੀ ਜੀ ਅੱਛਾ ਜੀ, ਠੀਕ ਹੈ ਜੀ। ਉੱਥੇ ਦੱਸਣਾ ਪੈਂਦਾ ਉਹਨਾਂ ਨੂੰ? ਹਾਂਜੀ ਉੱਥੇ ਜਾ ਕੇ ਦੱਸਣਾ ਪੈਂਦਾ, ਜਾਂ ਤੁਸੀਂ ਲਾਗੇ ਦੇ ਕਿਸੇ ਵੀ ਖੁਸ਼ੀ SSP ਜਾਓ ਆਫਿਸ ਜਾ ਉੱਥੋਂ ਸਕਦੇ ਪਰਮਿਸ਼ਨ ਲੈ ਕੇ ਵਿਆਹ ਖਾ ਕੇ ਉਹ ਸਾਡੇ ਲਈ ਵੀ ਭਾਜੀ ਲੈ ਕੇ ਆਈਏ। ਠੀਕ ਹੈ, ਥੈਂਕ ਯੂ ਜੀ। ਜ਼ਰੂਰ ਆ ਜਾਏ ਤੁਸੀਂ ਇੱਥੇ ਦੇਖ ਲਓ, ਘੁੰਮਣ ਆਏ ਹੋ। ਠੀਕ ਹੈ ਜੀ, ਥੈਂਕ ਯੂ ਜੀ। ਜੀ ਅਮਨ ਜੀ, ਤੋਂ ਤੁਸੀਂ ਦੇਖਿਆ ਕਿ ਕਿੰਨੇ ਲੋਕਾਂ ਦੇ ਇੱਕ ਸਵਾਲ ਰਹਿੰਦੇ ਨੇ, ਹਾਂਜੀ। ਕਿਉਂਕਿ ਬਹੁਤ ਕੁਝ ਹੁੰਦਾ ਹੈ, ਕਿਉਂਕਿ ਕਾਫੀ ਲੋਕਾਂ ਨੂੰ ਸਾਰਾ ਕੁਝ ਤਾਂ ਇੱਥੇ ਮਿਲ ਗਿਆ ਹੁੰਦਾ ਹੈ, ਲੇਕਿਨ ਇੱਕ ਸਹੀ ਜਾਣਕਾਰੀ ਨਹੀਂ ਮਿਲੀ ਹੁੰਦੀ। ਔਰ ਅੱਜ ਤੁਸੀਂ ਉਹ ਇੱਕ ਸਹੀ ਇੱਕ ਪਲੇਟਫਾਰਮ ਦੇ ਉੱਤੇ ਇੱਕ ਜਾਣਕਾਰੀ ਲੈ ਕੇ ਆਏ ਹੋ ਕਿ ਸਾਨੂੰ ਕਾਲਾਂ ਲੈਣ ਲਈ ਸਾਡੇ ਕੋਲ ਟਾਈਮ ਹੀ ਨਹੀਂ ਬਚਦਾ, ਲੇਕਿਨ ਸਵਾਲ ਇੰਨੇ ਹੁੰਦੇ ਨੇ। ਤੇ ਅਮਨ ਜੀ, ਇੱਕ ਜਾਂਦੇ ਜਾਂਦਿਆਂ ਇਹ ਕਵਾਂਗੇ ਕਿ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਲੋਕ ਕਿਸ ਤਰੀਕੇ ਦੇ ਨਾਲ ਆਪਣਾ ਸਾਰਾ ਕੁਝ ਠੀਕ ਕਰ ਸਕਦੇ ਨੇ, ਜਾਂ ਤੁਹਾਡੇ ਨਾਲ ਕਿੱਥੇ ਉਹ ਕੰਸਲਟ ਕਰਨ, ਕਿਸ ਤਰੀਕੇ ਦੇ ਨਾਲ? ਹਾਂਜੀ ਸਾਡਾ ਆਫਿਸ ਹੈਗਾ ਹੈ ਜੀ ਲੋਕੇਟਿਡ 11402 101 ਐਵੇਨਿਊ ਸਾਊਥ ਰਿਚਮੰਡ ਹਿੱਲ। ਆਫਿਸ ਦੀ ਲੋਕੇਸ਼ਨ ਬਹੁਤ ਹੀ ਇੰਟਰਸਟਿੰਗ ਹੈ। ਤੁਸੀਂ ਗੁਰਦੁਆਰੇ ਆਓ ਮੱਥਾ ਟੇਕਣ, ਗੁਰਦੁਆਰੇ ਦੇ ਬਿਲਕੁਲ ਸਾਹਮਣੇ ਸਾਡਾ ਆਫਿਸ ਹੈ, ਤੁਸੀਂ ਦੇਖ ਸਕਦੇ ਆ। ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਕਿਸੇ ਵੀ ਟਾਈਮ ਤੇ ਸਾਨੂੰ ਫੋਨ ਕਰ ਸਕਦੇ ਹੋ। 11 to 7 ਮੰਡੇ ਟੂ ਸੈਟਰਡੇ ਸਾਡਾ ਆਫਿਸ ਓਪਨ ਹੁੰਦਾ ਆ, ਸੈਟਰਡੇ ਨੂੰ ਅਸੀਂ ਕਲੋਜ਼ ਹੁੰਨੇ ਆ। ਪਰ ਫਿਰ ਵੀ ਜੇ ਇਨ ਕੇਸ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਹੈ ਤੁਹਾਨੂੰ ਪੈ ਗਈ, ਤੁਸੀਂ ਤਾਂ ਵੀ ਕਾਲ ਕਰ ਸਕਦੇ ਹੋ, ਜਾਂ ਤੁਸੀਂ WhatsApp ਦੇ ਉੱਤੇ ਇਸੇ ਨੰਬਰ ਦੇ ਉੱਤੇ ਤੁਸੀਂ ਆਪਣਾ ਮੈਸੇਜ ਲਿਖ ਕੇ, ਕੁਐਰੀ ਲਿਖ ਕੇ, ਆਪਣਾ ਨਾਮ ਲਿਖ ਕੇ ਤੁਸੀਂ ਸਾਨੂੰ ਛੱਡ ਦਿਓ।
ਅਸੀਂ ਜਿੰਨੀ ਜਲਦੀ ਹੋ ਸਕੇ ਅਸੀਂ ਤੁਹਾਨੂੰ ਕਾਲ ਬੈਕ ਕਰ ਲਈਦੀ ਹੈ। ਸਮਟਾਈਮਸ ਹੁੰਦਾ ਹੈ ਵੀ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਹੁੰਦੀਆਂ ਨੇ ਤੇ ਫੋਨ ਬਿਜ਼ੀ ਚੱਲਦਾ ਰਹਿੰਦਾ ਆ, ਇੱਕ ਲਾਈਨ ਤੋਂ ਦੂਸਰੀ ਲਾਈਨ ਬਿਜ਼ੀ, ਦੂਜੀ ਤੋਂ ਬਿਲਕੁਲ। ਤੀਸਰੀ ਲਾਈਨ ਬਿਜ਼ੀ। ਸਮਟਾਈਮਸ ਕਲਾਇੰਟਸ ਫਰਸਟ੍ਰੇਟਡ ਹੋ ਜਾਂਦੇ ਆ ਵੀ ਤੁਸੀਂ ਸਾਡਾ ਫੋਨ ਹੋਲਡ ਤੇ ਪਾਇਆ ਸੀਗਾ ਤੇ ਤੁਸੀਂ ਚੱਕਿਆ ਨਹੀਂ। ਕਈ ਵਾਰੀ ਦਿਮਾਗ 'ਚੋਂ ਸਕਿਪ ਕਰ ਜਾਂਦਾ ਹੈ ਵੀ 3 ਲਾਈਨਸ ਹੋਲਡ ਸੀਗੀਆਂ। ਸੋ ਮੈਂ ਰਿਕੁਐਸਟ ਕਰਨਾ ਚਾਹੂੰਗੀ ਵੀ ਜੇ ਇਨ ਕੇਸ ਇੱਦਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤਾਂ ਤੁਸੀਂ WhatsApp ਦੇ ਉੱਤੇ ਇੱਕ ਮੈਸੇਜ ਛੱਡ ਦਿਆ ਕਰੋ, ਆਪਣਾ ਨਾਮ ਲਿਖ ਕੇ, ਆਪਣੀ ਕੁਆਰੀ ਲਿਖ ਕੇ, ਅਸੀਂ ਜ਼ਰੂਰ ਉਹ ਤੋਂ ਤੁਹਾਨੂੰ ਰਿਪਲਾਈ ਬੈਕ ਕਰ ਲਈਦਾ ਹੈਗਾ ਆ ਜੀ। ਔਰ ਦੋਸਤੋ, ਜਿਵੇਂ ਕਿ ਦੱਸਿਆ ਅਮਨਪ੍ਰੀਤ ਜੀ ਨੇ ਕਿ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ ਗੁਰਦੁਆਰੇ ਦੇ ਬਿਲਕੁਲ ਓਪੋਜ਼ਿਟ ਇਹਨਾਂ ਦਾ ਆਫਿਸ ਹੈ, ਜਿੱਥੇ ਜਾ ਕੇ ਤੁਸੀਂ ਹਰ ਤਰ੍ਹਾਂ ਦੀਆਂ ਸੇਵਾਵਾਂ ਜੋ ਹੈ ਇਮੀਗ੍ਰੇਸ਼ਨ ਰਿਲੇਟਡ ਹਰ ਤਰ੍ਹਾਂ ਦੀ ਸੇਵਾਵਾਂ ਲੈ ਸਕਦੇ ਹੋ। ਔਰ ਅਮਨ ਜੀ, ਤੁਸੀਂ ਟਰੈਵਲ ਏਜੰਸੀ ਦਾ ਵੀ ਕੰਮ ਕਰਦੇ ਹੋ, ਨਾਲ ਤੁਹਾਡੇ ਕੋਲ ਟਰੈਵਲ ਏਜੰਸੀ ਵੀ ਹੈ। ਹਾਂਜੀ। ਅੱਜ ਕੱਲ ਟਿਕਟਾਂ ਦਾ ਕੀ ਰੂਪਰੇਖਾ ਚੱਲ ਰਹੀ ਹੈ? ਅੱਜ ਕੱਲ੍ਹ ਲੋਕੀ ਬਹੁਤ ਜ਼ਿਆਦਾ ਟਰੈਵਲ ਕਰ ਰਹੇ ਹੈਗੇ ਨੇ ਬਿਕੋਜ਼ ਕੋਵਿਡ ਦੇ ਕਰਕੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਸਾਰੇ ਲੋਕੀ ਘਰ ਸਟਕ ਹੋਏ ਪਏ ਸੀਗੇ। ਹੁਣ ਹਰੇਕ ਬੰਦਾ ਆਪਣੀ ਫੈਮਿਲੀ ਨੂੰ ਮਿਲਣਾ ਚਾਹੁੰਦਾ ਆ, ਜ਼ਿਆਦਾ ਕਰਕੇ ਇੰਡੀਆ ਟਰੈਵਲ ਜਾਂ ਵਕੇਸ਼ਨ ਤੇ ਜਾ ਰਹੇ ਹੈਗੇ ਨੇ। ਫੈਮਿਲੀਜ਼ ਉੱਥੋਂ ਆ ਰਹੀਆਂ ਨੇ ਬਿਕੋਜ਼ ਉੱਥੋਂ ਆਉਣ ਦੇ ਲਈ ਵੀ ਟੂਰਿਸਟ ਵੀਜ਼ੇ ਉਹਨਾਂ ਨੇ ਹੁਣ ਐਂਟਰੀ ਦੇ ਰਹੇ ਨੇ, ਪਹਿਲਾਂ ਐਂਟਰੀਜ਼ ਬੰਦ ਕੀਤੀਆਂ ਹੋਈਆਂ ਸੀਗੀਆਂ। ਟਿਕਟਾਂ ਬਹੁਤ ਮਹਿੰਗੀਆਂ ਚੱਲ ਰਹੀਆਂ ਨੇ, ਤੁਸੀਂ ਟਰੈਵਲ ਕਰਨਾ ਆ ਤਾਂ ਕੋਸ਼ਿਸ਼ ਗੈਸ ਦੇ ਕਰੋ ਪ੍ਰਾਈਸ ਕਿ ਉੱਪਰ ਚੱਲ ਗਏ, ਇਸ ਕਰਕੇ ਹਾਂਜੀ। ਟਿਕਟਾਂ ਮਹਿੰਗੀਆਂ ਨੇ ਜਾਂ ਛੁੱਟੀਆਂ ਕਰਕੇ? ਨਹੀਂ ਜੀ, ਥੋੜਾ ਗੈਸ ਦੇ ਪ੍ਰਾਈਸ ਨੇ ਵੀ ਫਰਕ ਪਾਇਆ ਹੈਗਾ ਆ ਤੇ ਛੁੱਟੀਆਂ ਦਾ ਤਾਂ ਹੋਪ ਸੋ ਵੀ ਬੱਚਿਆਂ ਨੂੰ ਛੁੱਟੀਆਂ ਤੇ ਪੇਰੈਂਟਸ ਨੇ ਉਦੋਂ ਹੀ ਟਰੈਵਲ ਕਰਨਾ ਹੁੰਦਾ ਆ ਜੀ। ਔਰ ਜਦੋਂ ਕਦ ਤੱਕ ਬੱਚੇ ਇਹ ਪੜ੍ਹਦੇ ਟਿਕਟਾਂ ਦੁਬਾਰਾ ਸਸਤੀਆਂ ਹੋ ਜਾਣਗੀਆਂ? ਇਹ ਸਤੰਬਰ ਤੋਂ ਬਾਅਦ ਚ ਕਾਫੀ ਫਰਕ ਪੈ ਜਾਂਦਾ ਆ, ਬੱਚਿਆਂ ਦੇ ਛੁੱਟੀਆਂ ਸਕੂਲ ਖਤਮ ਹੋ ਖੁੱਲਦੇ ਆ। ਜਾਂਦੀਆਂ। ਹਾਂਜੀ ਜੀ ਬਿਲਕੁਲ। ਔਰ ਥੈਂਕ ਯੂ ਅਮਨ ਜੀ, ਬਹੁਤ ਅੱਛੀਆਂ ਗੱਲਾਂ ਤੁਹਾਡੇ ਨਾਲ ਆਪਾਂ ਕੀਤੀਆਂ, ਜ਼ਰੂਰੀ ਜਾਣਕਾਰੀ ਆਪਣੇ ਵਿਊਅਰਸ ਦੇ ਨਾਲ ਅਸੀਂ ਸਾਂਝੀ ਕੀਤੀ। ਔਰ ਤੁਹਾਡੇ ਨੰਬਰ ਵੀ ਰੈਗੂਲਰ ਸਕਰੀਨ ਦੇ ਉੱਤੇ ਆ ਰਹੇ ਨੇ, ਉੱਥੇ ਵੀ ਤੁਹਾਡੇ ਨਾਲ ਸਾਡੇ ਵਿਊਅਰਸ ਕੰਟੈਕਟ ਕਰ ਸਕਦੇ ਨੇ। ਵਾਂਸ ਅਗੇਨ ਥੈਂਕ ਯੂ ਸੋ ਮਚ ਅਮਨ ਜੀ। ਥੈਂਕ ਯੂ ਸੋ ਮਚ ਵਿਕਰਮ ਜੀ, ਸਾਨੂੰ ਇੱਥੇ ਇਨਵਾਈਟ ਕਰਨ ਦੇ ਲਈ, ਕਿਉਂਕਿ ਮੈਨੂੰ ਆਪ ਇਹ ਬਹੁਤ ਜ਼ਰੂਰਤ ਮਹਿਸੂਸ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ ਕਿ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਸਹੀ ਗਾਈਡ ਹੋ ਕੇ ਆਪਣਾ ਸਹੀ ਤਰੀਕੇ ਦੇ ਨਾਲ ਪੇਪਰ ਵਰਕ ਕੰਪਲੀਟ ਬਿਲਕੁਲ। ਕਰ ਸਕਣ ਆਪਣਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਦੋਸਤੋ, ਇਹ ਸਨ ਅਮਨਪ੍ਰੀਤ ਕੌਰ ਰੰਧਾਵਾ ਜੀ, R&R ਸਰਵਿਸ ਤੋਂ ਕਿਵੇਂ ਇੱਕ ਸਾਰੀਆਂ ਸੇਵਾਵਾਂ ਇਹ ਮੁਹੱਈਆ ਕਰਵਾਉਂਦੇ ਨੇ ਤੁਹਾਡੇ ਨਾਲ, ਔਰ ਇਹਨਾਂ ਦੇ ਨਾਲ ਤੁਸੀਂ ਰਾਬਤਾ ਵੀ ਕਰ ਸਕਦੇ ਹੋ। ਅਗਰ ਸਾਡੇ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਹੈ vikram@justbroadcasting.com, info@justbroadcasting.com। ਅੱਜ ਦੇ ਲਈ ਵਿਕਰਮਜੀਤ ਸਿੰਘ ਨੂੰ ਦਿਓ ਇਜਾਜ਼ਤ ਔਰ ਵੇਖਦੇ ਰਹੋ ਜਸਟ ਪੰਜਾਬੀ। ਸਦਾ ਖੁਸ਼ ਰਹੋ। ਸਤਿ ਸ੍ਰੀ ਅਕਾਲ।